हाँ जी, सत श्री अकाल जी सारिਆਂ ਨੂੰ ਵੈਲਕਮ ਟੂ ਗੁਰਵਿੰਦਰ ਪੀਟੀ ਚੈਨਲ। ਅੱਜ ਦੀ ਵੀਡੀਓ 8 ਈਚ ਬੈਂਡ ਸਕੋਰ ਤੇ ਲੈ ਕੇ ਆਇਆ ਹਾਂ। ਕਾਫੀ ਬੱਚਿਆਂ ਦੇ ਮੈਸੇਜ ਆਉਂਦੇ ਪਏ ਸੀ ਕਿ ਵੀ ਘਰ ਬੈਠ ਕੇ 8 ਈਚ ਬੈਂਡ ਸਕੋਰ ਕਿਵੇਂ ਲੈ ਸਕਦੇ ਆ, ਵਾਈਟ ਬੋਰਡ ਤੇ ਇੱਕ ਵਾਰੀ ਐਕਸਪਲੇਨ ਕਰਕੇ ਦੱਸ ਦਿਓ। ਸੋ ਅੱਜ ਦੀ ਵੀਡੀਓ ਦੇ ਵਿੱਚ ਲਾਸਟ ਤੱਕ ਦੇਖਿਓ, ਕੱਲਾ ਡਾਊਟ ਕਲੀਅਰ ਕਰ ਦੂੰਗਾ ਵੀ ਘਰ ਬੈਠ ਕੇ 8 ਈਚ ਬੈਂਡ ਸਕੋਰ ਤੁਸੀਂ ਕਿਵੇਂ ਲੈ ਸਕਦੇ ਆ। ਅਕਸਰ ਮੈਂ ਨਾ ਇੱਕ ਪਹਿਲਾਂ ਵੀਡੀਓ ਬਣਾਈ ਸੀ ਕਿ ਵੀ 7 ਇੰਚ ਤੁਸੀਂ ਘਰ ਬੈਠ ਕੇ ਲੈ ਸਕਦੇ ਹੋ। ਕਾਫੀ ਬੱਚਿਆਂ ਦਾ ਮੈਨੂੰ ਵੀਡੀਓ ਨੀਚੇ ਕਮੈਂਟ ਆ ਵੀ ਸਾਡੇ ਸਕੋਰ ਆ ਗਏ, ਸਾਡੇ ਸਕੋਰ 7 ਇੰਚ ਘਰ ਬੈਠ ਕੇ ਆ ਗਏ। ਕਾਫੀ ਬੱਚਿਆਂ ਦਾ ਟਾਰਗੇਟ 8 ਈਚ ਬੈਂਡ ਸਕੋਰ ਦਾ ਵਾ। ਸਾਨੂੰ ਕਹਿੰਦੇ ਵੀ ਗਾਈਡ ਕਰ ਦਿਓ ਵਾਈਟ ਬੋਰਡ ਤੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਵਾ ਤੇ ਕਿਹੜੀਆਂ ਚੀਜ਼ਾਂ ਕਿੰਨੀਆਂ ਇੰਪੋਰਟੈਂਟ ਆ। ਸੋ ਅੱਜ ਕੁਝ ਕੁ ਨੌਲੇਜ ਤੁਹਾਡੇ ਨਾਲ ਸ਼ੇਅਰ ਕਰੂੰਗਾ 8 ਈਚ ਵਾਸਤੇ। ਸੋ ਡੈਫੀਨੇਟਲੀ ਤੁਸੀਂ ਘਰ ਬੈਠ ਕੇ 8 ਈਚ ਬੈਂਡ ਸਕੋਰ ਪ੍ਰਾਪਤ ਕਰ ਸਕਦੇ ਹੋ। ਆਹ ਵੀਡੀਓ ਲਾਸਟ ਤੱਕ ਦੇਖਿਓ। ਜਿੰਨੀਆਂ ਕਨਫਿਊਜ਼ਨ, ਜਿੰਨੇ ਡਾਊਟਸ ਤੁਹਾਨੂੰ ਹੈਗੇ ਆ ਪੀਟੀ ਦੇ ਵਿੱਚ, ਉਹ ਈਚ ਐਂਡ ਐਵਰੀਥਿੰਗ ਕੱਲਾ ਡਾਊਟ, ਕੱਲੀ ਕਨਫਿਊਜ਼ਨ ਅੱਜ ਦੀ ਵੀਡੀਓ ਵਿੱਚ ਕਲੀਅਰ ਹੋ ਜਾਊਗੀ। ਉਸ ਤੋਂ ਪਹਿਲਾਂ ਜਿਹਨੇ ਵੀ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਾ ਕੇ ਸਬਸਕ੍ਰਾਈਬ ਕਰ ਲਓ ਤੇ ਲਾਈਕ ਵਾਲਾ ਬਟਨ ਪ੍ਰੈਸ ਕਰ ਲਓ। ਸੋ ਸਭ ਤੋਂ ਪਹਿਲੀ ਗੱਲ ਆ ਸਪੀਕਿੰਗ ਦੀ। ਸਪੀਕਿੰਗ ਦੇ ਵਿੱਚ ਨਾ ਆਮ ਤੌਰ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਂ, ਸਪੀਕਿੰਗ ਦੇ ਵਿੱਚ ਫਿਰ ਤਿੰਨ ਚੀਜ਼ਾਂ ਆਪਣੇ, ਸਭ ਤੋਂ ਪਹਿਲਾਂ ਕੰਟੈਂਟ, ਪ੍ਰੋਨੰਸੀਏਸ਼ਨ ਤੇ ਫਲੂਐਂਸੀ। ਇਹ ਤਿੰਨ ਚੀਜ਼ਾਂ ਨੇ, ਠੀਕ ਆ। ਹੁਣ ਕੰਟੈਂਟ ਜਿਵੇਂ ਆਮ ਤੌਰ ਤੇ ਗੱਲ ਕਰਦੇ ਆ, ਮੋਸਟ ਆਫ ਦੀ ਬੱਚੇ ਕੀ ਗੱਲ ਕਰਦੇ ਆ ਵੀ ਕੰਟੈਂਟ ਜਿਹੜਾ ਵਾ, ਕੰਟੈਂਟ ਨੂੰ ਮੰਨਦੇ ਆ ਵੀ ਕੰਟੈਂਟ ਬਹੁਤ ਇੰਪੋਰਟੈਂਟ ਆ। ਮੈਂ ਰੀਡ ਅਲਾਊਡ ਚ ਕਿਸੇ ਨੂੰ ਪੁੱਛ ਲਾਂ, ਰਿਪੀਟ ਸੈਂਟੈਂਸ ਚ ਪੁੱਛ ਲਾਂ, ਡਿਸਕ੍ਰਾਈਬ ਮੇ ਚ ਪੁੱਛ ਲਾਂ, ਚਾਹੇ ਮੈਂ ਰੀਟਾ ਲੈਕਚਰ ਦੇ ਵਿੱਚ ਪੁੱਛ ਲਾਂ, ਇਹ ਸਭ ਤੋਂ ਇੰਪੋਰਟੈਂਟ ਚੀਜ਼ ਕੀ ਆ? ਬੱਚਾ ਕਹੂਗਾ ਵੀ ਮੈਨੂੰ ਆ ਜਿਹੜਾ ਲਾਈਨ ਲਿਖੀ ਵੀ ਹੈ ਨਾ, ਇਹ ਲਾਈਨ ਦੇ ਵਿੱਚ ਦਿੱਕਤ ਆ ਰੀਡ ਅਲਾਊਡ ਦੇ ਵਿੱਚ। ਰਿਪੀਟ ਸੈਂਟੈਂਸ ਚ ਕਹਿਣਗੇ ਜਿਹੜੀ ਲਾਈਨ ਬੋਲੀ ਆ ਮੈਨੂੰ ਸਮਝ ਨਹੀਂ ਆਉਂਦੀ ਪਏਗੀ, ਠੀਕ ਆ। ਜਿਹੜਾ ਰੀਟਾ ਲੈਕਚਰ ਦੇ ਵਿੱਚ ਕਹਿਣਗੇ ਵੀ ਕੰਟੈਂਟ ਘੱਟ ਪਿਕ ਹੋਇਆ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸਦਾ, ਨਾ ਰੀਟਾ ਲੈਕਚਰ ਦਾ ਕੰਟੈਂਟ ਤੁਹਾਡਾ ਜਿਹੜਾ ਸਪੀਕਿੰਗ ਦੇ ਵਿੱਚ ਆ, ਨਾ ਰਿਪੀਟ ਸੈਂਟੈਂਸ ਦਾ ਕੰਟੈਂਟ ਸਪੀਕਿੰਗ ਦੇ ਵਿੱਚ ਆ, ਨਾ ਤੁਹਾਡਾ ਜਿਹੜਾ ਵਾ ਰੀਡ ਅਲਾਊਡ ਦਾ ਕੰਟੈਂਟ ਜਿਹੜਾ ਵਾ ਤੁਹਾਡੇ ਸਪੀਕਿੰਗ ਦੇ ਵਿੱਚ ਆ। ਕੰਟੈਂਟ ਦੇ ਮਾਰਕਸ ਕਦੇ ਵੀ ਜਿਹੜੇ ਆ ਤੁਹਾਡੀ ਸਪੀਕਿੰਗ ਨੂੰ ਨਹੀਂ ਆਉਣਗੇ, ਇਹ ਚੀਜ਼ ਧਿਆਨ 'ਚ ਰੱਖਿਓ। ਜੇਕਰ ਤੁਸੀਂ ਆਪਣੀ ਸਪੀਕਿੰਗ ਜਿਹੜੀ ਆ 90 ਆਊਟ ਆਫ 90 ਤੇ ਲੈ ਕੇ ਆਉਣਾ ਚਾਹੁੰਦੇ ਹੋ, ਸੋ ਤੁਹਾਡੀ ਪ੍ਰੋਨੰਸੀਏਸ਼ਨ 5 ਆਊਟ ਆਫ 5 ਹੋਣੀ ਕੰਪਲਸਰੀ ਆ, ਤੁਹਾਡੀ ਫਲੂਐਂਸੀ 5 ਆਊਟ ਆਫ 5 ਹੋਣੀ ਕੰਪਲਸਰੀ ਆ। ਕੰਟੈਂਟ ਥੋੜਾ ਦੂਸਰੇ ਪਾਰਟ 'ਚ ਜਾਣਾ ਵਾ, ਇਹ ਚੀਜ਼ ਸਭ ਤੋਂ ਪਹਿਲਾਂ ਧਿਆਨ 'ਚ ਰੱਖਿਓ। ਰੀਡ ਅਲਾਊਡ ਜਿਹੜਾ ਬੱਚਾ ਕਹਿੰਦਾ ਵਾ ਵੀ ਰੀਡ ਅਲਾਊਡ ਦੇ ਵਿੱਚ ਸਾਨੂੰ ਪ੍ਰੋਬਲਮ ਆਉਂਦੀ ਆ। ਰੀਡ ਅਲਾਊਡ ਸਾਡੇ, ਜੇਕਰ ਅਸੀਂ 8 ਈਚ ਬੈਂਡ ਸਕੋਰ ਲੈਣਾ ਚਾਹੁੰਦੇ ਆ, ਸੋ ਸਾਡੇ ਰੀਡ ਅਲਾਊਡ ਕਿੰਨੇ ਤੱਕ ਹੋਣੇ ਚਾਹੀਦੇ ਆ। ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਵਾਂ, 70 to 75 ਸਕੋਰ ਜਿਹੜੇ ਆ ਤੁਹਾਡੇ, ਉਹ ਐਪੀਯੂਨੀ ਤੋਂ ਆਉਣੇ ਚਾਹੀਦੇ ਆ। ਡੇਲੀ ਦੇ ਜਿਹੜੇ ਤੁਹਾਡੇ ਰੀਡ ਅਲਾਊਡ ਆ, ਡੇਲੀ ਦੇ ਘੱਟ ਤੋਂ ਘੱਟ 15 to 25 ਰੀਡ ਅਲਾਊਡ ਦੀ ਪ੍ਰੈਕਟਿਸ ਹੋਣੀ ਚਾਹੀਦੀ ਆ, ਠੀਕ ਆ। 15 to 20 ਰੀਡ ਅਲਾਊਡ ਦੀ ਪ੍ਰੈਕਟਿਸ ਹੋਣੀ ਚਾਹੀਦੀ, 25 ਦੀ, ਤੇ ਰੀਡ ਅਲਾਊਡ ਐਪੀਯੂਨੀ ਤੋਂ ਪਰਫਾਰਮ ਹੋਣੀ ਚਾਹੀਦੀ। ਐਪੀਯੂਨੀ ਦਾ ਇਹ ਕਹਿਣਾ ਵਾ ਵੀ ਜੇਕਰ ਮੇਰਾ ਰੀਡ ਅਲਾਊਡ ਤੁਸੀਂ 70 ਤੇ ਜਾਂ 75 ਦੀ ਐਵਰੇਜ ਮੇਰੇ ਰੀਡ ਅਲਾਊਡ ਤੋਂ ਕੱਢਦੇ ਪਏ ਹੋ, ਜੇਕਰ 70 ਜਾਂ 75 ਦੀ ਐਵਰੇਜ ਤੁਸੀਂ ਮੇਰੇ ਰੀਡ ਅਲਾਊਡ ਚੋਂ ਕੱਢਦੇ ਪਏ ਆ, ਸੋ ਡੈਫੀਨੇਟਲੀ ਤੁਹਾਡੀ ਸਕੋਰਿੰਗ ਜਿਹੜੀ ਉਹ ਬੈਸਟ ਆਊਗੀ। ਮੈਂ ਆਮ ਤੌਰ ਤੇ ਇੱਕ ਚੀਜ਼ ਵੇਖਣਾ ਹੁੰਦਾ ਵਾ, ਬੱਚੇ ਮੈਨੂੰ ਆਮ ਤੌਰ ਤੇ ਇੱਕ ਚੀਜ਼ ਕਹਿ ਦਿੰਦੇ ਵੀ ਜਦੋਂ ਅਸੀਂ ਰੀਡ ਅਲਾਊਡ ਪਰਫਾਰਮ ਕਰਦੇ ਆ ਨਾ, ਸਾਡੇ ਰੀਡ ਅਲਾਊਡ ਚ ਸਕੋਰ ਨਹੀਂ ਆਉਂਦੇ। ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵਾ ਵੀ ਜੇ ਖੁਦ ਮੈਂ ਪ੍ਰੈਕਟਿਸ ਕਰਦਾ, ਮੇਰਾ ਪ੍ਰੈਕਟਿਸ ਕਰਨ ਦਾ ਵੇ ਕੀ ਆ, ਮੈਂ ਜੇ 12 ਰੀਡ ਅਲਾਊਡ ਕਰਦਾ ਪਿਆ ਵਾਂ, 12 ਦੇ ਵਿੱਚ ਮੇਰੇ 10 ਰੀਡ ਅਲਾਊਡ ਬਿਲਕੁਲ ਖਰਾਬ ਗਏ ਚਲੇ, 2 ਵਧੀਆ ਗਏ ਚਲੇ, ਮੈਂ 10 ਨੂੰ ਭੁੱਲ ਜਾਣਾ, 2 ਨੂੰ ਫੋਲੋ ਕਰੂੰਗਾ ਵੀ ਮੇਰੇ 2 ਜਿਹੜੇ ਬੈਸਟ ਹੋ ਗਏ, ਮੈਂ ਇਹਨਾਂ ਦੀ ਪਰਫਾਰਮੈਂਸ ਦੇਖਾਂ ਵੀ ਇਹਨਾਂ ਦੇ ਵਿੱਚ ਮੈਂ ਪਰਫਾਰਮ ਕਿਵੇਂ ਕੀਤਾ ਸੀਗਾ। ਆਮ ਤੌਰ ਤੇ ਬੱਚੇ ਕੀ ਕਰਦੇ ਆ, ਜੇ ਉਹਨਾਂ ਦੇ ਰੀਡ ਅਲਾਊਡ ਜਿਹੜੇ ਆ 10 ਖਰਾਬ ਹੋ ਗਏ, 2 ਵਧੀਆ ਵੀ ਹੋ ਜੇ, ਠੀਕ ਆ, ਉਹਨਾਂ ਨੇ ਉਹ 2 ਛੱਡਦੇ ਨੇ, ਉਹ 10 ਵੇਖਣੇ ਆ, ਯਾਰ ਮੇਰੇ 10 ਖਰਾਬ ਹੋ ਗਏ, ਪਤਾ ਨਹੀਂ ਕਿਉਂ ਹੋ ਗਏ, ਲੈਵਲ ਮੇਰਾ ਘੱਟ ਆ। ਗਲਤ ਚੀਜ਼ ਆ, ਰੋਂਗ ਚੀਜ਼ ਆ। ਜੇ ਆਪਦੇ ਰੀਡ ਅਲਾਊਡ 70 75 ਤੱਕ ਪਹੁੰਚਾਉਣਾ ਚਾਹੁੰਦੇ ਹੋ, ਸੋ ਜਿਹੜੇ ਇੱਕ ਅੱਧਾ ਰੀਡ ਅਲਾਊਡ ਵੀ ਤੁਹਾਡੇ ਵਿੱਚ ਵਧੀਆ ਜਾਂਦਾ ਹੁੰਦਾ ਨਾ, ਆਪਦੀ ਫਲੋ ਪ੍ਰੈਕਟਿਸ ਸੁਣ ਕੇ ਵੇਖਿਆ ਕਰੋ ਵੀ ਇਹਦੇ ਵਿੱਚ ਮੇਰਾ ਕੌਨਫੀਡੈਂਸ ਲੈਵਲ ਕੀ ਸੀਗਾ, ਬੋਲਣ ਦਾ ਵੇ ਕੀ ਸੀਗਾ, ਕਿੱਥੇ ਪੌਜ਼ ਲਏ ਜਾਂ ਫਲੋ ਕੀ ਸੀਗਾ, ਈਚ ਐਂਡ ਐਵਰੀਥਿੰਗ ਦੇਖਿਆ ਕਰੋ, ਤੁਹਾਡੇ ਸਕੋਰ ਇੰਨੇ ਆ ਜਾਣਗੇ। ਸੋ ਮੇਨ ਚੀਜ਼ ਆ ਰੀਡ ਅਲਾਊਡ ਦੇ ਵਿੱਚੋਂ 70 75 ਹੋਣੇ ਕੰਪਲਸਰੀ ਆ ਜੇ ਤੁਹਾਡਾ ਟਾਰਗੇਟ 8 ਈਚ ਆ। ਰਿਪੀਟ ਸੈਂਟੈਂਸ ਆ, ਹੁਣ ਰਿਪੀਟ ਸੈਂਟੈਂਸ ਦੇ ਵਿੱਚ ਮੈਨੂੰ ਕਾਫੀ ਬੱਚਿਆਂ ਦੇ ਮੈਸੇਜ ਆ ਜਾਂਦੇ ਆ ਵੀ ਰਿਪੀਟ ਸੈਂਟੈਂਸ ਔਰ ਕਿੰਨੇ ਕੁ ਇੰਪੋਰਟੈਂਟ ਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸਿੰਪਲ ਜੀ ਗੱਲ ਤੁਹਾਨੂੰ ਦੱਸਣ ਲੱਗਾ ਵਾਂ। ਸਭ ਤੋਂ ਜ਼ਿਆਦਾ ਸਪੀਕਿੰਗ ਨੂੰ ਨੰਬਰ ਤੁਹਾਡੇ ਰਿਪੀਟ ਸੈਂਟੈਂਸ ਦਿੰਦੇ ਆ। ਇਹ ਚੀਜ਼ ਧਿਆਨ 'ਚ ਰੱਖਿਓ। ਜਿਹੜੇ ਆਪਣੇ ਰੀਡ ਅਲਾਊਡ ਆਪਣੀ ਸਪੀਕਿੰਗ ਨੂੰ ਵੱਧ ਤੋਂ ਵੱਧ 60 ਨੰਬਰ ਦਿੰਦੇ ਆ, ਠੀਕ ਆ। ਐਸਟੀਮੇਟ ਦੱਸਦਾ ਜਿਵੇਂ 6 ਰੀਡ ਅਲਾਊਡ ਆਪਣੇ ਐਗਜ਼ਾਮ ਚ ਆਉਂਦੇ ਆ, 60 ਮਾਰਕਸ ਆਪਣੀ ਉਹ ਦਿੰਦੇ ਆ, ਸਪੀਕਿੰਗ ਨੂੰ ਦਿੰਦੇ ਆ, ਠੀਕ ਆ। ਰਿਪੀਟ ਸੈਂਟੈਂਸ ਆਪਣੀ ਸਪੀਕਿੰਗ ਨੂੰ ਜਿਹੜੇ ਆ 100 ਮਾਰਕਸ ਦਿੰਦੇ ਆ। ਡਿਸਕ੍ਰਾਈਮੇਜ ਆ, ਜੇ ਡਿਸਕ੍ਰਾਈਮੇਜ ਦੀ ਆਪਾਂ ਗੱਲ ਕਰਦੇ ਆ, ਵੱਧ ਤੋਂ ਵੱਧ ਆਪਾਂ ਨੂੰ ਨਾਰਮਲੀ 4 ਡਿਸਕ੍ਰਾਈਮੇਜ ਜਿਹੜੇ ਅੱਜ ਕੱਲ ਆਪਣੇ ਐਗਜ਼ਾਮ ਚ ਆਉਂਦੇ ਪਏ ਆ, ਜੇ 4 ਡਿਸਕ੍ਰਾਈਮੇਜ ਜਿਹੜੇ ਆ ਆਪਾਂ ਨੂੰ ਐਗਜ਼ਾਮ ਚ ਆਉਂਦੇ ਪਏ ਆ, ਤੇ 40 ਨਹੀਂ, 4 ਡਿਸਕ੍ਰਾਈਮੇਜ ਆਪਣੇ ਜਿਹੜੇ ਆਉਂਦੇ ਪਏ ਆ,
ਜਿਹੜੇ ਡਿਸਕ੍ਰਾਈਬੇਜ ਹੁੰਦੇ ਆ ਟੋਟਲ ਮਾਰਕਸ ਜਿਹੜੇ ਹੁੰਦੇ ਹੁਣ ਡਿਸਕ੍ਰਾਈਬੇਜ ਦੇ ਮੋਸਟ ਬੱਚੇ ਮੈਨੂੰ ਪੁੱਛ ਲੈਂਦੇ ਆ ਡਿਸਕ੍ਰਾਈਬੇਜ ਦਾ ਸਰ ਜਿਹੜਾ ਕੰਟੈਂਟ ਆ ਡਿਸਕ੍ਰਾਈਬੇਜ ਦਾ ਕੰਟੈਂਟ ਕਿੱਥੇ ਜਾਂਦਾ ਵਾ ਡਿਸਕ੍ਰਾਈਬੇਜ ਦਾ ਜਿਹੜਾ ਕੰਟੈਂਟ ਹੁੰਦਾ ਵਾ ਉਹ ਥੋੜੀ ਸਪੀਕਿੰਗ ਦੇ ਵਿੱਚ ਹੀ ਰਹਿੰਦਾ ਕਿਤੇ ਨਹੀਂ ਜਾਂਦਾ ਹੈਗਾ 15 ਮਾਰਕਸ ਦਾ ਇੱਕ ਤੁਹਾਡਾ ਡਿਸਕ੍ਰਾਈਬੇਜ ਹੁੰਦਾ ਵਾ ਤੇ 4 ਆ ਸਕਦੇ ਆ ਤੇ ਟੋਟਲ ਤੁਹਾਡੇ 60 ਮਾਰਕਸ ਤੇ ਜਿਹੜੇ ਆ ਡਿਸਕ੍ਰਾਈਬੇਜ ਬਣ ਜਾਣਗੇ ਠੀਕ ਆ ਜੀ ਜੇ 4 ਆਇਆ ਤਾਂ 60 ਮਾਰਕਸ ਦੇ ਬਣ ਜਾਣਗੇ ਜੇ ਥੋੜਾ ਇੱਕ ਘੱਟ ਆਇਆ ਤੇ ਉਹ ਸਾਨੂੰ ਤੁਸੀਂ ਜੱਜਮੈਂਟ ਕਰ ਲਿਆ ਕਰੋ ਵੀ ਟੋਟਲ ਮਾਰਕਸ ਕਿੰਨੇ ਟੋਟਲ ਮਾਰਕਸ ਜਿਹੜੇ ਹੁੰਦੇ ਆ ਉਹ ਤੁਹਾਡੀ ਸਪੀਕਿੰਗ ਦੇ ਵਿੱਚ ਰਹਿੰਦੇ ਡਿਸਕ੍ਰਾਈਬੇਜ ਦੇ ਰੀਡਾ ਲੈਕਚਰ ਦੀ ਗੱਲ ਕਰਦੇ ਆ ਰੀਡਾ ਲੈਕਚਰ ਦੇ ਨਾ ਕੰਟੈਂਟ ਦੇ ਨੰਬਰ ਲਿਸਨਿੰਗ 'ਚ ਚਲੇ ਜਾਂਦੇ ਆ ਫਲੋ ਐਂਡ ਪ੍ਰੋਨੰਸੀਏਸ਼ਨ ਤੇ ਰਹਿੰਦੇ ਆ ਆਮ ਤੌਰ ਤੇ ਅੱਜਕੱਲ 2 ਰੀਡਾ ਲੈਕਚਰ ਬੱਚੇ ਨੂੰ ਐਗਜ਼ਾਮ 'ਚ ਆਉਂਦੇ ਪਏ ਆ ਜੇ 2 ਰੀਡਾ ਲੈਕਚਰ ਤੁਹਾਨੂੰ ਐਗਜ਼ਾਮ 'ਚ ਆਉਂਦੇ ਪਏ ਆ ਤੇ 20 ਮਾਰਕਸ ਤੁਹਾਡੇ ਰੀਡਾ ਲੈਕਚਰ ਤੁਹਾਡੀ ਸਪੀਕਿੰਗ ਨੂੰ ਦਿੰਦੇ ਪਏ ਆ ਹੁਣ ਸਭ ਤੋਂ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਹਿਊਜ ਡਿਫਰੈਂਸ ਦੇ ਰਿਪੀਟ ਸੈਂਟੈਂਸ ਕਿੰਨੇ ਬਲਕ ਸਕੋਰਿੰਗ ਤੁਹਾਡੀ ਸਪੀਕਿੰਗ ਨੂੰ ਦੇ ਦਿੰਦੇ ਆ ਸੋ ਇਹੀ ਚੀਜ਼ ਮੈਂ ਤੁਹਾਨੂੰ ਐਕਸਪਲੇਨ ਕਰਨੀ ਚਾਹੁੰਦਾ ਹੁੰਨਾ ਵਾ ਇਹੀ ਚੀਜ਼ ਤੁਹਾਨੂੰ ਵਾਰ-ਵਾਰ ਦੱਸਣੀ ਚਾਹੁੰਦਾ ਵਾਂ ਵੀ ਸਭ ਤੋਂ ਜ਼ਿਆਦਾ ਸਕੋਰ ਜਿਹੜੇ ਰਿਪੀਟ ਸੈਂਟੈਂਸ ਆਪਣੀ ਸਪੀਕਿੰਗ ਨੂੰ ਦਿੰਦੇ ਆ ਮੈਂ ਨਾ ਬੱਚੇ ਮੈਨੂੰ ਅਕਸਰ ਇੱਕ ਸਵਾਲ ਪੁੱਛ ਲੈਂਦੇ ਆ ਰਿਪੀਟ ਸੈਂਟੈਂਸ ਆ ਰਿਪੀਟ ਸੈਂਟੈਂਸ ਜੇ ਸਾਡੇ ਖਰਾਬ ਚਲੇ ਜਾਣ ਅਸੀਂ ਆਪਦੇ ਰੀਡ ਆਊਟ ਵਧੀਆ ਕਰ ਲਈਏ ਅਸੀਂ ਆਪਦੇ ਜਿਹੜੇ ਆ ਡਿਸਕ੍ਰਾਈਬੇਜ ਜਾਂ ਰੀਡਾ ਲੈਕਚਰ ਵਧੀਆ ਕਰ ਲਈਏ ਸਾਡੀ ਕਿੱਥੋਂ ਤੱਕ ਸਕੋਰਿੰਗ ਸਟੈਂਡ ਕਰ ਸਕਦੀ ਆ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਵਾਂ ਜਿਹੜੇ ਆਹ ਪਾਰਟਸ ਆ ਨਾ ਤੁਹਾਡੇ ਡਿਸਕ੍ਰਾਈਬੇਜ ਹੋ ਗਏ ਤੁਹਾਡਾ ਰੀਡਾ ਲੈਕਚਰ ਹੋ ਗਿਆ ਤੁਹਾਡੇ ਰੀਡ ਆਊਟ ਹੋ ਗਏ ਕਿਤੇ ਹੱਦ ਤੱਕ ਇਹ ਇੰਪੋਰਟੈਂਟ ਆ ਬਟ ਜਿੰਨਾ ਜਿਹੜੇ ਬੱਚੇ ਨੇ 8 ਈਚ ਲੈਣੇ ਆ ਜਿਹੜੇ ਬੱਚੇ ਨੇ 9 ਬੈਂਡ ਸਕੋਰ ਲੈਣੇ ਆ ਉਹ ਜਿਹੜੇ ਰਿਪੀਟ ਸੈਂਟੈਂਸ ਉਹਦੇ ਇੰਪਰੂਵ ਹੋਣੇ ਰਿਪੀਟ ਸੈਂਟੈਂਸ ਚੋਂ ਫਲੋ ਪ੍ਰੋਨੰਸੀਏਸ਼ਨ ਇੱਕ ਬੈਸਟ ਹੋਣਾ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੀਜ਼ ਆ ਕਿਉਂਕਿ ਸਭ ਤੋਂ ਜ਼ਿਆਦਾ ਸਕੋਰ ਜਿਹੜੇ ਆ ਸਪੀਕਿੰਗ ਨੂੰ ਉਹ ਤੁਹਾਡੇ ਰਿਪੀਟ ਸੈਂਟੈਂਸ ਨੂੰ ਦੇਣੇ ਆ ਜੇਕਰ ਰਿਪੀਟ ਸੈਂਟੈਂਸ ਆਪਣੇ ਖਰਾਬ ਹੁੰਦੇ ਪਏ ਆ ਪੇਪਰ ਦੇ ਵਿੱਚ ਫਿਰ ਮੈਂ ਤੁਹਾਨੂੰ ਇੱਕ ਚੀਜ਼ ਕਹਿ ਦਿੰਦਾ ਵਾਂ ਵੀ 8 ਈਚ ਤਾਂ ਨਹੀਂ ਆ ਸਕਦੇ 7 ਜ਼ਰੂਰ ਆ ਸਕਦੇ ਆ ਕਿਉਂਕਿ ਜੇਕਰ ਤੁਹਾਡੇ ਰੀਡ ਆਊਟ ਚੋਂ ਸਕੋਰ ਵਧੀਆ ਆ ਰਹੇ ਆ ਡਿਸਕ੍ਰਾਈਬੇਜ ਚੋਂ ਵਧੀਆ ਆ ਰਹੇ ਆ ਰੀਡਾ ਲੈਕਚਰ ਚੋਂ ਵਧੀਆ ਆ ਰਹੇ ਆ ਬਟ ਤੁਹਾਡੇ ਰਿਪੀਟ ਸੈਂਟੈਂਸ ਵਧੀਆ ਨਹੀਂ ਜਾ ਰਹੇਗੇ ਤੁਸੀਂ ਸਕੋਰ ਜਿਹੜੇ 7 ਈਚ ਤੱਕ ਲੈ ਸਕਦੇ ਹੋ ਡਿਜ਼ਾਇਰ ਸਕੋਰ 8 ਈਚ ਤੱਕ ਨਹੀਂ ਲੈ ਸਕਦੇ 8 ਈਚ ਦੇ ਵਿੱਚ ਬਹੁਤ ਕੰਪਲਸਰੀ ਚੀਜ਼ ਆ ਵੀ ਰਿਪੀਟ ਸੈਂਟੈਂਸ ਤਾਂ ਬੈਸਟ ਹੋਣੇ ਚਾਹੀਦੇ ਆ ਠੀਕ ਹੈ ਇਹ ਚੀਜ਼ ਨੂੰ ਧਿਆਨ 'ਚ ਰੱਖਿਓ ਅਗਲੀ ਚੀਜ਼ ਆ ਡਿਸਕ੍ਰਾਈਬ ਇਮੇਜ ਹੁਣ ਡਿਸਕ੍ਰਾਈਬ ਇਮੇਜ ਦੇ ਵਿੱਚ ਮੈਨੂੰ ਮੋਸਟਲੀ ਬੱਚੇ ਪੁੱਛ ਲੈਂਦੇ ਆ ਵੀ ਡਿਸਕ੍ਰਾਈਬ ਇਮੇਜ ਦੇ ਵਿੱਚ ਸਰ ਕਿੰਨੇ ਤੱਕ ਸਕੋਰ ਹੋਣੇ ਚਾਹੀਦੇ ਆ ਰੀਸੈਂਟਲੀ ਮੈਂ ਡਿਸਕ੍ਰਾਈਬ ਇਮੇਜ ਦਾ ਤੇ ਰੀਡਾ ਲੈਕਚਰ ਦਾ ਟੈਂਪਲੇਟ ਵੀ ਸ਼ੇਅਰ ਕੀਤਾ ਵਾ ਉਹਨੂੰ ਫੋਲੋ ਕਰਕੇ ਦੇਖੋ ਡਿਸਕ੍ਰਾਈਬ ਇਮੇਜ ਨਾ ਤੁਹਾਨੂੰ 25 to 30 seconds 25 to 30 seconds ਡਿਸਕ੍ਰਾਈਬ ਇਮੇਜ ਬੋਲਣਾ ਕੰਪਲਸਰੀ ਆ ਮੈਨੂੰ ਅਕਸਰ ਬੱਚੇ ਪੁੱਛ ਲੈਂਦੇ ਆ ਜਿਵੇਂ 25 to 30 ਕਹਿ ਦਿੰਨੇ ਆ ਵੀ ਸਾਨੂੰ ਇਹਦੇ ਵਿੱਚ ਰਹਿਣਾ ਚਾਹੀਦਾ ਵਾ 25 ਤੋਂ ਘੱਟ ਨਾ ਹੋ 25 ਤੋਂ ਘੱਟ ਨਾ ਹੋ ਠੀਕ ਆ ਤੁਸੀਂ 25 ਤੋਂ ਪਲੱਸ ਜਿੰਨਾ ਮਰਜੀ 30 ਸੈਕਿੰਡਸ ਤੋਂ ਜੇ ਤੁਹਾਡਾ 31 ਜਾਂਦਾ ਪਿਆ 32 ਜਾਂਦਾ ਪਿਆ 33 ਜਾਂਦਾ ਪਿਆ ਡਸਨਟ ਮੈਟਰ ਉਹ ਚੀਜ਼ ਇੱਕ ਵੱਖਰਾ ਵਿਸ਼ੇ ਆ ਵੀ ਜੇ ਤੁਹਾਡੀ ਸਕੋਰਿੰਗ ਉਹ ਤੋਂ ਪਲੱਸ ਚਲੀ ਜਾਂਦੀ ਆ ਸਕੋਰ ਥੋੜੇ ਵਧੀਆ ਆ ਸਕਦੇ ਆ ਪਰ ਜੇ ਮੈਂ ਰਿਕਾਰਡਿੰਗ ਕਰਦਾ ਪਿਆ ਵਾ 24 ਦੀ 23 ਸੈਕਿੰਡਸ ਦੀ 22 ਸੈਕਿੰਡਸ ਦੀ ਤੇ ਉਹ ਸਕੋਰਿੰਗ ਮੈਨੂੰ ਮੇਰੇ ਡਿਸਕ੍ਰਾਈਬ ਚੋਂ ਡਿਜ਼ਾਇਰਡ ਨੰਬਰ ਨਹੀਂ ਦਵਾ ਸਕਦੀ ਜੇਕਰ ਮੈਂ ਡਿਸਕ੍ਰਾਈਬ ਚੋਂ ਡਿਜ਼ਾਇਰਡ ਸਕੋਰਿੰਗ ਲੈਣੀ ਆ ਤੇ ਡਿਸਕ੍ਰਾਈਬ ਜਿਹੜਾ ਵਾ ਉਹ ਮੈਨੂੰ 25 ਸੈਕਿੰਡਸ ਟੂ 30 ਸੈਕਿੰਡਸ ਤੱਕ ਬੋਲਣਾ ਪਊਗਾ ਫਿਰ ਜਾ ਕੇ ਮੈਂ ਡਿਸਕ੍ਰਾਈਬ ਇਮੇਜ ਦੇ ਵਿੱਚੋਂ ਡਿਜ਼ਾਇਰ ਸਕੋਰਿੰਗ ਪ੍ਰਾਪਤ ਕਰ ਸਕਦਾ ਵਾ ਇਹ ਚੀਜ਼ ਦਾ ਧਿਆਨ ਰੱਖਿਓ ਠੀਕ ਆ ਜਦੋਂ ਮੈਂ ਅਕਸਰ ਬੱਚੇ ਦੇਖੇ ਆ 24 22 23 ਜਾਂ 20 ਸੈਕਿੰਡਸ ਤੱਕ ਡਿਸਕ੍ਰਾਈਬ ਇਮੇਜ ਬੋਲ ਦਿੰਦੇ ਆ ਉਹਨਾਂ ਦੇ ਡਿਸਕ੍ਰਾਈਬ ਇਮੇਜ ਚੋਂ ਡਿਜ਼ਾਇਰ ਸਕੋਰਿੰਗ ਆਉਣੀ ਪਾਉਂਦੀ ਡਿਸਕ੍ਰਾਈਬ ਇਮੇਜ ਦੇ ਵਿੱਚੋਂ 85 ਸਕੋਰ ਟੂ 90 ਆਉਣੇ ਕੰਪਲਸਰੀ ਆ ਤੁਹਾਡੇ ਐਪੀਯੂਨੀ ਦੇ ਵਿੱਚੋਂ ਜੇਕਰ ਤੁਸੀਂ ਥੋੜੀ ਐਵਰੇਜ ਆ ਇਹ ਨਹੀਂ ਕਿ ਵੀ ਮੈਂ 5-6 ਡਿਸਕ੍ਰਾਈਬ ਵਿੱਚ ਪਰਫਾਰਮ ਕੀਤੇ ਪੰਜਾਂ ਦੇ ਵਿੱਚੋਂ ਕਿਸੇ ਇੱਕ ਅੱਧੇ ਦੇ ਵਿੱਚ ਮੇਰੇ 90 ਆ ਜਾਂਦੇ ਤਾਂ ਬਹੁਤ ਆ ਨਹੀਂ ਜੇ ਤੁਹਾਡੇ ਬੈਕ ਟੂ ਬੈਕ ਐਵਰੇਜ ਜਿਹੜੀ ਮੈਂ 10 ਪਰਫਾਰਮ ਕਰਦਾ ਪਿਆ 10 ਚੋਂ ਇੱਕ ਅੱਧਾ ਭਲਾ ਖਰਾਬ ਚਲਾ ਗਿਆ ਪਰ ਮੋਸਟ ਆਫ ਦੀ ਮੇਰੇ 85 90 ਸਕੋਰ ਆਉਂਦੇ ਪਏ ਆ ਇਹਨੂੰ ਕਹਿੰਦੇ ਮੇਰੀ ਬੈਸਟ ਐਵਰੇਜ ਨਿਕਲੀ ਆ ਵੇ ਹੋਣਾ ਚਾਹੀਦਾ ਵਾ ਇੰਨੀ ਸਕੋਰ ਹੋਣੇ ਚਾਹੀਦੇ ਡਿਸਕ੍ਰਾਈਬ ਇਮੇਜ ਦੇ ਵਿੱਚੋਂ ਜੇ ਤੁਸੀਂ ਕਹਿੰਦੇ ਆ ਵੀ ਅਸੀਂ ਆਪਦੀ ਡਿਜ਼ਾਇਰ ਸਕੋਰਿੰਗ ਲੈਣੀ ਆ ਰਿਪੀਟ ਸੈਂਟੈਂਸ ਡੇਲੀ ਦੇ ਜਿਹੜੇ ਬੱਚੇ ਨੇ ਪਰਫਾਰਮ ਕਰਨੇ ਆ ਰਿਪੀਟ ਸੈਂਟੈਂਸ ਡੇਲੀ ਦੇ ਮੈਂ ਉਹਨੂੰ ਕਹਿੰਦਾ ਵਾ 40 to 50 ਰਿਪੀਟ ਸੈਂਟੈਂਸ ਡੇਲੀ ਦੀ ਪਰਫਾਰਮ ਕਰੇ ਸੋ ਡੈਫੀਨਿਟਲੀ ਉਹਦੇ ਨੰਬਰ ਆ ਜਾਣਗੇ ਜਿਹੜਾ ਬੱਚਾ ਡਿਸਕ੍ਰਾਈਬ ਇਮੇਜ ਦੀ ਗੱਲ ਕਰਦਾ ਵਾ ਡੇਲੀ ਦੇ 4 ਡਿਸਕ੍ਰਾਈਬ ਇਮੇਜ ਹਰੇਕ ਟਾਈਪ ਦੇ all types ਜਿਵੇਂ 4 ਲਾਈਨ ਗ੍ਰਾਫ ਠੀਕ ਆ 4 ਬਾਰ ਗ੍ਰਾਫ 4 ਪਾਈ ਚਾਰਟ ਠੀਕ ਆ 4 ਟੇਬਲ ਚਾਰਟ ਹਰੇਕ ਚੀਜ਼ 4 ਚੀਜ਼ਾਂ ਨੂੰ ਐਕਸਪਲੇਨ ਕਰਨੀਆਂ ਚਾਹੀਦੀਆਂ ਵਾ ਬੋਲ ਕੇ ਦੇਖਣੀਆਂ ਚਾਹੀਦੀਆਂ ਵਾ ਦੈਟਸ ਵਾਈ ਉਹਦੀ ਡਿਜ਼ਾਇਰ ਸਕੋਰਿੰਗ ਲੈ ਸਕਦਾ ਇਹ ਚੀਜ਼ ਦਾ ਧਿਆਨ ਰੱਖਿਓ ਠੀਕ ਆ ਜੀ ਸੋ ਰੀਡਾ ਲੈਕਚਰ ਦਾ ਟੈਬਲੇਟ ਜਿਹੜਾ ਸ਼ੇਅਰ ਕੀਤਾ ਸੀਗਾ ਰੀਡਾ ਲੈਕਚਰ ਦੇ ਵਿੱਚ ਰੀਡਾ ਲੈਕਚਰ ਦਾ ਕਿੰਨਾ ਟਾਈਮ ਬੋਲਣਾ ਚਾਹੀਦਾ ਵਾ 30 ਸੈਕਿੰਡਸ ਰੀਡਾ ਲੈਕਚਰ ਬੋਲਣਾ ਕੰਪਲਸਰੀ ਆ ਜੇ ਤੁਹਾਡੀ ਰਿਕਾਰਡਿੰਗ ਜਿਹੜੀ ਆ 20 ਸੈਕਿੰਡਸ ਦੀ ਜਾਂਦੀ ਪਈ ਆ 25 ਸੈਕਿੰਡਸ ਦੀ ਜਾਂਦੀ ਪਈ ਆ ਮੈਂ ਇੱਕ ਚੀਜ਼ ਦੱਸ ਦਿੰਦਾ ਨਾ ਰੀਡਾ ਲੈਕਚਰ ਦੀ ਆਡੀਓ ਜਿੰਨੀ ਨਿੱਕੀ ਹੋਊਗੀ ਤੁਹਾਡੇ ਸਕੋਰ ਉਨੇ ਘੱਟ ਹੋਣਗੇ ਰੀਡਾ ਲੈਕਚਰ ਬਹੁਤ ਜ਼ਿਆਦਾ ਇੰਪੋਰਟੈਂਟ ਆ ਸਪੀਕਿੰਗ ਜਿਹੜੇ ਬੱਚੇ ਨੇ 8 ਈਚ ਲੈਣੇ ਆ ਉਹਦੇ ਵਾਸਤੇ ਸਪੀਕਿੰਗ ਬਹੁਤ ਕੰਪਲਸਰੀ ਆ ਵੀ ਸਪੀਕਿੰਗ ਤਾਂ ਬੈਸਟ ਜਾਣੀ ਹੀ ਚਾਹੀਦੀ ਆ ਠੀਕ ਆ ਥੋੜਾ ਰੀਡਾ ਲੈਕਚਰ ਆ ਜਿਹੜਾ ਰੀਡਾ ਲੈਕਚਰ ਦੇ ਵਿੱਚ ਸਿਰਫ ਇੰਨਾ ਧਿਆਨ ਰੱਖਿਓ ਵੀ ਰੀਡਾ ਲੈਕਚਰ ਦੀ ਸਕੋਰਿੰਗ ਥੋੜੀ 30 ਸੈਕਿੰਡਸ ਦੀ ਹੋਣੀ ਚਾਹੀਦੀ ਆ
ਡਸਨਟ ਮੈਟਰ ਤੁਹਾਡੀ ਆਡੀਓ ਕਿੱਡੀ ਆਈ ਆ, ਤੁਹਾਡੇ ਕੋਲ ਟੈਂਪਲੇਟ ਕਿੱਡਾ ਵਾ, ਤੁਸੀਂ ਕੀਵਰਡਸ ਕਿੰਨੇ ਪਿਕ ਕੀਤੇ ਆ, ਤੁਸੀਂ ਕੀਵਰਡਸ ਰਿਪੀਟ ਕਰਕੇ ਵੀ ਆਪਣੇ ਜਿਹੜੇ ਆ ਤੁਸੀਂ 30 ਸੈਕਿੰਡਸ ਤੱਕ ਜਾ ਸਕਦੇ ਹੋ। ਜੇ 8 ਈਚ ਵਾਲਾ ਬੱਚਾ 30 ਸੈਕਿੰਡਸ ਤੱਕ ਰਿਕਾਰਡਿੰਗ ਬੋਲੂਗਾ ਤਾਂ ਉਹਦੇ ਡਿਜ਼ਾਇਰ ਸਕੋਰ ਆਉਣਗੇ। ਜੇ ਤੁਸੀਂ 20 ਸੈਕਿੰਡਸ 25 ਸੈਕਿੰਡਸ ਵੀ ਬੋਲਦੇ ਪਏ ਹੋ, ਤੁਹਾਡੇ ਰੀਟਾ ਲੈਕਚਰ ਤੋਂ ਡਿਜ਼ਾਇਰ ਸਕੋਰ ਨਹੀਂ ਆਉਣਗੇ। ਸੋ 8 ਈਚ ਵਾਸਤੇ ਰੀਟਾ ਲੈਕਚਰ ਬੈਸਟ ਹੋਣਾ ਬਹੁਤ ਜ਼ਰੂਰੀ ਆ, ਇਹ ਚੀਜ਼ ਦਾ ਧਿਆਨ ਰੱਖਿਓ। ਸੋ ਰੀਟਾ ਲੈਕਚਰ ਦੀ ਪ੍ਰੈਕਟਿਸ ਡੇਲੀ ਦੇ ਰੀਟਾ ਲੈਕਚਰ 6 ਕਰਨੇ ਬਹੁਤ ਇੰਪੋਰਟੈਂਟ ਆ 1.2 ਦੀ ਸਪੀਡ ਤੋਂ, ਠੀਕ ਆ 1.2 ਦੀ ਸਪੀਡ ਤੋਂ ਕਰਨੇ, ਡੇਲੀ ਪਰਫਾਰਮ ਕਰਨੇ ਬਹੁਤ ਇੰਪੋਰਟੈਂਟ ਆ 6 ਰੀਟਾ ਲੈਕਚਰ, ਫਿਰ ਤੁਸੀਂ ਆਪਣੀ ਡਿਜ਼ਾਇਰ ਸਕੋਰਿੰਗ ਪ੍ਰਾਪਤ ਕਰ ਸਕਦੇ ਹੋ। ਅਕਸਰ ਮੈਨੂੰ ਬੱਚੇ ਪੁੱਛ ਲੈਂਦੇ SWT ਸਾਡੇ ਵਾਸਤੇ, ਠੀਕ ਆ ਰਾਈਟਿੰਗ ਦੀ ਸਮਰਾਈਜ਼ ਰਿਟਨ ਟੈਕਸਟ ਜਿਹੜਾ ਵਾ, ਸਮਰਾਈਜ਼ ਰਿਟਨ ਟੈਕਸਟ ਕਿੰਨਾ ਕਿ ਇੰਪੋਰਟੈਂਟ ਆ ਤੇ ਕਿਹੜਾ ਕਨੈਕਟਰ ਵਿੱਚ ਯੂਜ਼ ਕਰਨਾ ਚਾਹੀਦਾ ਵਾ। ਮੈਂ ਇੱਕ ਚੀਜ਼ ਦੱਸਦਾ, ਜਿਹੜਾ ਬੱਚਾ ਹੁਣ ਕਹਿੰਦਾ ਵੀ ਹੁਣ 8 ਈਚ ਵਾਲੇ ਬੱਚੇ ਆ, ਹੁਣ ਜਿਵੇਂ ਤੁਸੀਂ SWT ਸੋਲਵ ਕਰਨੀ ਹੈ, SWT ਦੇ ਵਿੱਚ ਇੱਕ ਚੀਜ਼ ਹੁੰਦੀ ਆ ਕਨੈਕਟਰ ਵਗੈਰਾ ਮੇਰੇ ਤੋਂ ਪੁੱਛਦੇ ਹੋ, ਠੀਕ ਆ ਕਨੈਕਟਰ ਉਦੋਂ ਯੂਜ਼ ਕੀਤੇ ਜਾਂਦੇ ਆ SWT ਦੇ ਵਿੱਚ ਜਦੋਂ ਦੋ ਲਾਈਨਾਂ ਆਪਸ ਦੇ ਵਿੱਚ ਮਿਲਦੀਆਂ ਹੋਣ, ਉਹਨਾਂ ਨੂੰ ਜੋੜਨਾ ਹੋਵੇ, ਫਿਰ ਕਨੈਕਟਰ ਯੂਜ਼ ਕੀਤਾ ਜਾਂਦਾ ਵਾ। ਅਦਰਵਾਈਜ਼ ਜੇਕਰ ਆਪਾਂ ਜਿਵੇਂ ਪਹਿਲੀ ਲਾਈਨ ਮੈਂ ਚੱਕਣਾ ਪਿਆ ਕਿ SWT ਦੇ ਵਿੱਚ ਉਹਦੇ ਵਿੱਚ ਸਕੂਲ ਤੇ ਯੂਨੀਵਰਸਿਟੀ ਦੀ ਗੱਲ ਹੁੰਦੀ ਪਈ ਆ, ਠੀਕ ਆ ਦੂਸਰੀ ਲਾਈਨ ਦੇ ਵਿੱਚ ਵੀ ਸਕੂਲ ਯੂਨੀਵਰਸਿਟੀ ਦੀ ਗੱਲ ਹੁੰਦੀ ਪਈ ਆ, ਫਿਰ ਉਹ ਲਾਈਨਾਂ ਦੇ ਵਿੱਚ ਕੋਈ ਕਨੈਕਟਰ ਨਹੀਂ ਆਊਗਾ। ਉਹ ਲਾਈਨਾਂ ਜੇ ਇਕੱਠੀਆਂ ਵੀ ਜੋੜਦਾ ਤਾਂ ਵੀ ਉਹ ਲਾਈਨਾਂ ਮੇਰੀਆਂ ਸਹੀ ਹੋ ਜਾਣਗੀਆਂ, ਉਹਦੇ ਵਿੱਚ ਕੋਈ ਗਲਤੀ ਨਹੀਂ ਹੋਊਗੀ। ਇਹ ਤੁਸੀਂ ਪਰਫਾਰਮ ਕਰਕੇ ਦੇਖ ਸਕਦੇ ਐਪ ਯੂਨੀ ਤੇ ਲੈਂਗੁਏਜ ਅਕੈਡਮੀ ਤੇ। ਜੇ ਤੁਸੀਂ ਦੋ ਰੈਲੇਵੈਂਟ ਲਾਈਨਾਂ ਚੱਕਦੇ ਜਿਨ੍ਹਾਂ ਦੇ ਵਿੱਚ ਕੋਈ ਮਤਲਬ ਇਹ ਨਹੀਂਗਾ ਵੀ ਸੇਮ ਗੱਲ ਕੀਤੀ ਵੀ ਆ, ਜਿਹੜੀ ਲਾਈਨ 'ਚ ਪਹਿਲੀ ਗੱਲ ਕਰਦੇ ਪਏ ਆ ਉਸੇ ਲਾਈਨ 'ਚ ਦੂਜੀ ਉਹ ਗੱਲ ਹੁੰਦੀ ਪਈ ਆ, ਸੋ ਉਹ ਲਾਈਨ ਦੇ ਵਿੱਚ ਕੋਈ ਕਨੈਕਟਰ ਨਹੀਂ ਆਊਗਾ। ਮੈਂ ਤੁਹਾਨੂੰ ਕਹਿੰਦਾ ਵਾ ਜੇ 10 ਮਿੰਟ ਤੁਹਾਨੂੰ ਦਿੱਤੇ ਜਾਂਦੇ ਨਾ SWT ਦੇ ਵਿੱਚ, ਬਹੁਤ ਸੌਖਾ ਪਾਠ ਤੁਸੀਂ ਇਹਨੂੰ ਸਮਝ ਲੈਂਦੇ ਆ, ਬਹੁਤ ਬਲਕ ਵਿੱਚ ਸਕੋਰਿੰਗ ਤੁਹਾਡੀ ਰੀਡਿੰਗ ਨੂੰ ਦੇ ਦਿੰਦਾ ਵਾ। ਜਿਹੜੇ ਬੱਚੇ ਕਹਿੰਦੇ ਆ SWT ਦੇ ਵਿੱਚ ਸਾਡੀ ਸਕੋਰਿੰਗ ਵਧੀਆ ਹੋਣੀ ਚਾਹੀਦੀ ਆ, ਮੈਂ ਤੁਹਾਨੂੰ ਸਿਰਫ ਇੰਨੀ ਗੱਲ ਕਹਿ ਦਿੰਦਾ ਵਾ ਵੀ SWT ਦੇ ਵਿੱਚ ਸਕੋਰਿੰਗ ਵਧੀਆ ਆ ਜਾਊਗੀ, ਪਰ SWT ਨੂੰ ਸਿਰਫ ਇੰਨਾ ਕੁ ਧਿਆਨ ਰੱਖਿਆ ਕਰੋ ਵੀ ਇਹਦੇ ਵਿੱਚ ਨਾ ਟਾਈਮ ਪੂਰਾ ਲਾਇਆ ਕਰੋ। ਕਈ ਬੱਚੇ ਦੇ ਟੀਚਰ ਇੰਨਾ ਕਹਿ ਦਿੰਦੇ ਪਹਿਲੀ ਲਾਈਨ ਚੱਕ ਲਓ, ਦੂਜੀ ਲਾਈਨ ਚੱਕ ਲਓ, ਤੀਜੀ ਲਾਈਨ ਚੱਕ ਲਓ, ਨਹੀਂ ਜਦੋਂ ਤੱਕ ਸਾਰਾ ਪੜ੍ਹਦੇ ਨਹੀਂਗੇ ਪੈਸੇਜ ਉਦੋਂ ਤੱਕ ਕੋਈ ਲਾਈਨ ਥੋੜੀ ਡਿਸਾਈਡ ਨਹੀਂ ਕਰ ਸਕਦੇ ਵੀ ਕਿਹੜੀ ਚੱਕਣੀ ਆ। ਜ਼ਰੂਰੀ ਨਹੀਂ ਪਹਿਲੀ ਲਾਈਨ ਹੀ ਆਊਗੀ, ਜ਼ਰੂਰੀ ਨਹੀਂ ਦੂਜੀ ਲਾਈਨ ਹੀ ਆਊਗੀ, ਤੀਜੀ ਲਾਈਨ ਹੀ ਆਊਗੀ। ਇਹ ਚੀਜ਼ ਨੂੰ ਘੱਟ ਤੋਂ ਘੱਟ ਜਿਹੜੇ ਆ 2 ਤੋਂ 3 ਮਿੰਟ ਪੜ੍ਹਨ ਤੇ ਲਾਇਆ ਕਰੋ, ਠੀਕ ਆ 10 ਮਿੰਟ ਦਾ ਟਾਈਮ ਆ, ਖੁੱਲਾ ਡੁੱਲਾ ਟਾਈਮ ਉਹ ਤੇ ਸਪੈਂਡ ਕਰਿਆ ਕਰੋ। ਇਹ ਨਹੀਂ ਕਿ 5-7 ਮਿੰਟਾਂ 'ਚ ਲੈ ਲਈ ਮੁੜ ਕੇ ਨੈਕਸਟ ਕਰ ਲਿਆ, ਉਹ ਟਾਈਮ ਅੱਗੇ ਨਹੀਂ ਮਿਲਣਾ, ਉਹ ਟਾਈਮ ਇਹ 'ਚ ਖਤਮ ਹੋ ਜਾਣਾ ਵਾ। ਸੋ ਇਹੀ ਸਭ ਤੋਂ ਬੈਨੀਫਿਟ ਚੀਜ਼ ਹੁੰਦੀ ਆ ਵੀ ਪੂਰਾ ਟਾਈਮ ਇਹ ਤੇ ਲਾਓ ਤੇ ਧਿਆਨ ਨਾਲ ਦੇਖੋ ਵੀ ਇਹਦੇ ਵਿੱਚ ਕੋਈ ਗਲਤੀ ਤਾਂ ਨਹੀਂ ਗੀ, ਵੀ ਲਾਈਨਾਂ ਕਿਹੜੀਆਂ ਇੰਪੋਰਟੈਂਟ ਆ ਉਹ ਲਾਈਨਾਂ ਪਿਕ ਕਰਕੇ ਲਿਖੋ, ਇਹ ਚੀਜ਼ ਮੱਚ ਇੰਪੋਰਟੈਂਟ ਆ। ਸੋ ਇਹ ਚੀਜ਼ ਇੰਪੋਰਟੈਂਟ ਆ, ਇਹ ਚੀਜ਼ ਤੇ ਫੋਕਸ ਹੋਣਾ ਬਹੁਤ ਜ਼ਰੂਰੀ ਆ। ਪੜ੍ਹ ਕੇ ਕਰਨੀ ਸਟਾਰਟ ਕਰੋ। ਹੁਣ ਰਾਈਟਿੰਗ ਦਾ ਐਸੇ, ਜਿਹੜੇ ਬੱਚੇ ਕਹਿੰਦੇ ਵੀ ਐਸੇ ਦੇ ਵਿੱਚ ਸਾਨੂੰ ਪ੍ਰੋਬਲਮ ਆ, ਐਸੇ ਸਾਡਾ ਕਿੰਨਾ ਕੁ ਮਤਲਬ ਐਸੇ ਦੇ ਵਰਡ ਲਿਮਿਟ ਕਿੰਨੀ ਹੋਣੀ ਚਾਹੀਦੀ ਆ। ਵੈਸੇ ਤਾਂ ਜਿਹੜਾ ਐਸੇ ਆ, ਐਸੇ ਹੋਣਾ ਚਾਹੀਦਾ ਵਾ 200 ਤੋਂ 300 ਦੇ ਵਿੱਚ, ਜੇਕਰ ਸਹੀ ਵਰਡ ਲਿਮਿਟ ਦੇਖੀ ਜਾਵੇ ਐਸੇ ਦੀ 200 ਤੋਂ 300 ਦੇ ਵਿੱਚ ਕਹਿੰਦੇ ਵੀ ਤੁਹਾਡੀ ਵਰਡ ਲਿਮਿਟ ਹੋਣੀ ਚਾਹੀਦੀ ਆ। ਬਟ ਮੈਂ ਤੁਹਾਨੂੰ ਕਹਿੰਦਾ ਵੀ ਜਿਹੜੇ ਬੱਚੇ ਨੇ ਐਸੇ 'ਚ ਗੁੱਡ ਸਕੋਰਿੰਗ ਲੈਣੀ ਆ, ਘੱਟ ਤੋਂ ਘੱਟ ਉਹਦੇ ਐਸੇ ਦੇ ਵਿੱਚ 250 ਵਰਡਸ ਤਾਂ ਹੋਣੇ ਚਾਹੀਦੇ ਆ, ਠੀਕ ਆ 250 ਵਰਡਸ ਦੇ ਨੀਅਰ ਅਬਾਊਟ ਉਹਦੇ ਹੋਣੇ ਚਾਹੀਦੇ ਆ। 210 ਵਰਡਸ ਦਾ ਥੋੜਾ ਟੈਂਪਲੇਟ ਹੋ ਜਾਂਦਾ ਵਾ। ਉਸ ਤੋਂ ਬਾਅਦ ਤੁਸੀਂ ਹੈਡਿੰਗ ਨੂੰ ਮੋਲਡ ਕਰਕੇ ਲਿਖ ਸਕਦੇ ਹੋ, ਠੀਕ ਆ ਆਪਦੇ ਵੱਲੋਂ ਕੀਵਰਡਸ ਵਿੱਚ ਐਡ ਕਰ ਸਕਦੇ ਹੋ। ਹੁਣ ਮੈਨੂੰ ਬੱਚੇ ਪੁੱਛ ਲੈਂਦੇ ਵੀ ਆਪਦੇ ਵੱਲੋਂ ਕੀਵਰਡਸ ਕਿਵੇਂ ਐਸੇ ਦੇ ਵਿੱਚ ਐਡ ਕਰ ਲਈਏ, ਬਹੁਤ ਵਾਰ ਅੱਗੇ ਐਕਸਪਲੇਨ ਕੀਤੇ ਆ। ਜਿਵੇਂ ਜਸਟ ਫॉर ਐਗਜ਼ਾਮਪਲ ਮੈਨੂੰ ਐਸੇ ਦੀ ਹੈਡਿੰਗ ਆ ਗਈ ਪੋਲਿਊਸ਼ਨ ਤੇ, ਪੋਲਿਊਸ਼ਨ ਫੈਲਦਾ ਪਿਆ, ਪੋਲਿਊਸ਼ਨ ਕਿੰਨਾ ਚੀਜ਼ਾਂ ਨਾਲ ਫੈਲਦਾ ਪਿਆ, ਮੈਂ ਕਿਸੇ ਇੱਕ ਪੈਰੇ ਦੇ ਵਿੱਚ ਆਪਦੇ ਵੱਲੋਂ 4-5 ਕੀਵਰਡਸ ਲਿਖ ਦੂੰਗਾ। ਜਸਟ ਫॉर ਐਗਜ਼ਾਮਪਲ ਪੋਲਿਊਸ਼ਨ ਕਿੰਨਾ ਚੀਜ਼ਾਂ ਨਾਲ ਹੁੰਦਾ ਪਿਆ ਵਾ, ਸਭ ਤੋਂ ਪਹਿਲੀ ਆਪਸ਼ਨ ਕਾਰਸ, ਬਾਈਕਸ, ਫੈਕਟਰੀਜ਼, ਪੋਲੀਥਿੰਗਸ, ਇਦਾਂ ਦੇ ਕੀਵਰਡਸ ਜਿਹੜੇ ਆ ਉਹ ਮੈਂ ਨਾਲ ਕੋਮਾ ਪਾ ਕੇ ਕੀਵਰਡਸ ਲਿਖੀ ਚੱਲੂੰਗਾ। ਸੋ ਮੈਨੂੰ ਇਹ ਚੀਜ਼ਾਂ ਦੇ ਵਿੱਚੋਂ ਡਿਜ਼ਾਇਰ ਸਕੋਰਿੰਗ ਮੇਰੀ ਆ ਜਾਊਗੀ। ਸੋ ਐਸੇ ਦੇ ਵਿੱਚ ਕਾਪੀਕੈਟ ਬਣਨਾ ਬੰਦ ਕਰੋ ਵੀ ਡਿਟੋ ਲਿਖਣਾ। ਐਸੇ ਦੇ ਵਿੱਚ ਕੁਝ ਆਪਣਾ ਟੌਪਿਕ ਆਪਣੇ ਵੱਲੋਂ 3-4 ਕੀਵਰਡਸ ਵੀ ਤੁਸੀਂ ਪਾਤੇ ਨਾ, ਉਹ ਐਸੇ ਬੈਸਟ ਹੋ ਜਾਣਾ, ਉਹਦਾ ਕੰਟੈਂਟ ਬੈਸਟ ਹੋ ਜਾਣਾ। ਸੋ ਜਿਹੜੇ ਬੱਚੇ ਨੇ AT ਚ ਲੈਣੇ ਆ ਉਹ ਇਹ ਚੀਜ਼ ਤੇ ਧਿਆਨ ਰੱਖੇ ਵੀ ਤੁਹਾਨੂੰ ਆਪਦੇ ਵੱਲੋਂ ਜਿਹੜਾ ਵਾ ਵਿੱਚ ਪਾਉਣੇ ਕੀਵਰਡਸ ਬਹੁਤ ਇੰਪੋਰਟੈਂਟ ਆ। ਜੇ ਜਮਾ ਕਾਪੀਕੈਟ ਬਣ ਜਾਓਗੇ ਵੀ ਅਸੀਂ ਡਿਟੋ ਚੀਜ਼ ਜਿਹੜੀ ਸਟੇਟਮੈਂਟ ਵਿੱਚ ਲਿਖ ਦਈਏ ਉਹ ਸਕੋਰਿੰਗ ਨਹੀਂ ਆ ਪਾਊਗੀ। AT ਵਾਲੇ ਬੱਚੇ ਨੂੰ ਇਹਦੇ ਵਿੱਚ ਆਪਦੇ ਵੱਲੋਂ ਕੁਐਸਚਨ ਲਿਖਣੇ ਬਹੁਤ ਇੰਪੋਰਟੈਂਟ ਆ, 3-4 ਕੀਵਰਡ ਲਿਖੋ ਸੋ ਡਿਜ਼ਾਇਰ ਸਕੋਰਿੰਗ ਆ ਜਾਊਗੀ। ਹੁਣ AT ਵਾਲੇ ਵਾਸਤੇ ਬੱਚੇ ਵਾਸਤੇ ਰੀਡਿੰਗ ਦੇ ਵਿੱਚ ਰੀਆਰਡਰ ਪੈਰਾਗ੍ਰਾਫ ਬਹੁਤ ਇੰਪੋਰਟੈਂਟ ਆ, ਠੀਕ ਆ ਰੀਆਰਡਰ ਪੈਰਾਗ੍ਰਾਫ ਬਹੁਤ ਇੰਪੋਰਟੈਂਟ ਆ ਤੁਹਾਡੇ ਵਾਸਤੇ। ਰੀਆਰਡਰ ਪੈਰਾਗ੍ਰਾਫ ਇੱਕ ਰੀਡਿੰਗ, ਰਾਈਟਿੰਗ, ਬਲੈਂਕਸ, ਠੀਕ ਆ। ਨੈਕਸਟ ਤੁਹਾਡੇ ਵਾਸਤੇ ਰੀਡਿੰਗ, ਫਿਲ ਇਨ ਦੀ ਬਲੈਂਕਸ। ਹੁਣ ਇਹ ਤਿੰਨੋਂ ਚੀਜ਼ਾਂ ਜਿਹੜੇ ਬੱਚੇ ਕਰਦੇ ਪਏ ਆ ਵੀ ਸਾਨੂੰ ਰੀਡਿੰਗ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ AT ਵਾਲੇ ਬੱਚੇ ਨੂੰ ਧਿਆਨ ਰੱਖਣਾ ਚਾਹੀਦਾ ਵਾ। ਰੀਆਰਡਰ ਪੈਰਾਗ੍ਰਾਫ ਵੀ AT ਵਾਲੇ ਵਾਸਤੇ ਬਹੁਤ ਇੰਪੋਰਟੈਂਟ ਆ, ਠੀਕ ਆ ਰੀਡਿੰਗ, ਰਾਈਟਿੰਗ, ਬਲੈਂਕਸ, ਰੀਡਿੰਗ, ਫਿਲ ਇਨ ਦੀ ਬਲੈਂਕਸ।
ਹੁਣ ਬੱਚੇ ਕਹਿੰਦੇ ਆ ਵੀ ਸਾਨੂੰ ਇਹਦੀ ਪ੍ਰੈਕਟਿਸ ਕਿੰਨੀ ਕਰਨੀ ਚਾਹੀਦੀ ਆ ਤੇ ਇੰਪਰੂਵ ਕਿਵੇਂ ਕਰਨੀ ਚਾਹੀਦੀ। ਮੈਂ ਸਿੰਪਲ ਗੱਲ ਦੱਸ ਦੇਣਾ। ਰੀਆਰਡਰ ਪੈਰਾਗ੍ਰਾਫ ਡੇਲੀ ਦੇ 10, ਠੀਕ ਆ, ਬਲੈਂਕਸ ਆ ਡੇਲੀ ਦੇ 10 ਐਂਡ ਦੂਸਰੀਆਂ ਬਲੈਂਕਸ ਆ ਵੀ ਡੇਲੀ ਦੀਆਂ 10। ਹੁਣ ਇਹਨਾਂ ਨੂੰ ਇੰਪਰੂਵ ਕਰਨ ਵਾਸਤੇ ਕਿ ਗ੍ਰਾਮਰ ਦੇ ਕਿਹੜੇ ਰੂਲਸ ਆਪਾਂ ਵਰਕ ਕਰੀਏ ਜਿੰਨਾ ਕਾਰਨ ਆਪਣੀ ਰੀਡਿੰਗ ਇੰਪਰੂਵ ਹੋ ਜੇ। ਹੁਣ ਇੱਕ ਗੱਲ ਧਿਆਨ 'ਚ ਰੱਖ ਲਿਓ, ਰੀਡਿੰਗ ਨੂੰ ਇੰਪਰੂਵ ਕਰਨ ਵਾਸਤੇ ਕਦੇ ਵੀ ਗ੍ਰਾਮਰ ਤੁਹਾਡੀ ਵਰਕ ਨਹੀਂ ਕਰੂਗੀ। ਕੋਈ ਵੀ ਯੂਟਿਊਬਰ ਦੇਖ ਲਿਓ, ਮੈਨੂੰ ਚਲੋ ਮੇਰੀਆਂ ਵੀਡੀਓਜ਼ ਦੇਖਦੇ ਆ, ਕੋਈ ਇੱਕ ਯੂਟਿਊਬਰ ਦੀ ਕਦੇ ਰੀਡਿੰਗ ਦੀ ਵੀਡੀਓ ਕੱਢ ਕੇ ਦੇਖ ਲਿਓ ਜਿਹੜਾ ਤੁਹਾਨੂੰ ਕਹੂਗਾ ਵੀ ਗ੍ਰਾਮਰ ਨਾਲ ਰੀਡਿੰਗ ਸੋਲਵ ਹੁੰਦੀ ਆ। ਸਿੰਪਲ ਜੀ ਦੱਸ ਦਿੰਨਾ, ਸਾਹਮਣੇ ਤੇ ਪੈਸੇਜ ਹੋਊਗਾ, ਉਹ ਪੈਸੇਜ ਨੂੰ ਪਤਾ ਕਿਵੇਂ ਪੜੂਗਾ, ਪੈਸੇਜ ਨਾਲੇ ਸਮਝਾਈ ਚੱਲੂਗਾ ਨਾਲੇ ਪੰਜਾਬੀ हिंदी ਤੁਹਾਨੂੰ ਉਹਦਾ मतलब ਦੱਸੀ ਚੱਲੂਗਾ। इस लाइन का मतलब ये होता है, इस लाइन का मतलब अच्छा ये मुझे ये कहने की कोशिश कर रहा है, अच्छा इस लाइन का मतलब ये होता है। ਉਹ ਨਾਲ ਤੁਹਾਨੂੰ ਉਹਦੀ ਪੰਜਾਬੀ ਦੱਸੀ ਜਾਂਦਾ, ਹਿੰਦੀ ਦੱਸੀ ਜਾਂਦਾ ਵਾ, ਐਕਸਪਲੇਨ ਕਰੀ ਜਾਂਦਾ ਵਾ, ਐਕਸਪਲੇਨ ਕਰੀ ਜਾਂਦਾ ਵਾ, ਮਤਲਬ ਉਹਨੂੰ ਉਹ ਚੀਜ਼ ਦਾ ਮਤਲਬ ਪਤਾ ਵਾ, ਉਹਨੂੰ ਵਰਡਸ ਦੀ ਵੋਕੈਬਲਰੀ ਪਤਾ ਵਾ, ਵਰਡਸ ਦਾ ਮਤਲਬ ਪਤਾ ਵਾ। ਮੈਂ ਤੁਹਾਨੂੰ ਇਹੀ ਚੀਜ਼ ਦੱਸਣੀ ਚਾਹੁੰਦਾ ਵਾ, ਜਿਹੜਾ ਬੱਚਾ ਰੀਡਿੰਗ ਨੂੰ ਸੋਲਵ ਕਰਨਾ ਚਾਹੁੰਦਾ ਨਾ ਵੀ ਰੀਡਿੰਗ ਚੋਂ ਡਿਜ਼ਾਇਰ ਸਕੋਰ ਲੈਣੇ ਆ, ਰੀਡਿੰਗ ਦੇ ਵਿੱਚੋਂ ਸਿਰਫ ਇੱਕ ਤਰੀਕੇ ਨਾਲ ਡਿਜ਼ਾਇਰ ਸਕੋਰ ਲੈ ਜਾ ਸਕਦੇ ਆ। ਡੇਲੀ ਜਿਹੜੀ ਤੁਸੀਂ ਪ੍ਰੈਕਟਿਸ ਕਰਦੇ ਪਏ ਹੋ, ਜਿਹੜੇ ਦੇ ਆਨਸਰ ਥੱਲੇ ਆਉਂਦੇ ਪਏ ਐਪ ਯੂਨੀ ਦੇ ਵਿੱਚ, 8 ਈਚ ਵਾਲੇ ਬੱਚਿਆਂ ਵਾਸਤੇ ਖਾਸ ਕਰਕੇ ਗੱਲ ਕਹਿਣ ਲੱਗਾ ਵਾਂ, 8 ਈਚ ਤੁਹਾਡੇ ਆ ਜਾਣਗੇ। ਰਾਈਟਿੰਗ ਦੇ ਵਿੱਚ ਰੀਡਿੰਗ ਦੇ ਵਿੱਚੋਂ ਵੀ 8 ਬੈਂਡ ਸਕੋਰ ਆ ਜਾਣਗੇ ਜੇ ਇਹ ਚੀਜ਼ ਨੂੰ ਡੇਲੀ ਬੇਸਿਸ ਤੇ ਪਰਫਾਰਮ ਕਰਨਾ ਸ਼ੁਰੂ ਕਰਤਾ। ਡੇਲੀ ਦੀ ਵੋਕੈਬਲਰੀ 100 ਵੋਕੈਬਲਰੀ ਦੇ ਵਰਡਸ ਡੇਲੀ ਦੇ 100 ਵੋਕੈਬਲਰੀ ਦੇ ਵਰਡਸ। ਜਿਹੜੀਆਂ ਰੀਡਿੰਗ ਦੇ ਬਲੈਂਕਸ ਥੱਲੇ 4 ਆਪਸ਼ਨਸ ਹੁੰਦੀਆਂ ਨਾ, ਉਹ ਜਿਹੜੀਆਂ ਆਪਸ਼ਨਸ ਆ ਉਹਨਾਂ ਨੂੰ ਕਾਪੀ ਤੇ ਲਿਖੋ, ਫਿਰ ਉਹਨਾਂ ਨੂੰ ਕੀ ਆ ਗੂਗਲ ਤੇ ਜਾ ਕੇ ਸਰਚ ਕਰਕੇ ਉਹਨਾਂ ਦਾ ਪੰਜਾਬੀ ਚ ਮਤਲਬ ਫਾਈਂਡ ਕਰੋ। ਜਿਹੜਾ ਬੱਚਾ ਆਹ ਚੀਜ਼ ਪ੍ਰੈਕਟਿਸ ਕਰੂਗਾ, ਮੈਂ ਗਾਰੰਟੀ ਲਿਖ ਕੇ ਦੇ ਦੂੰਗਾ ਵੀ ਕੋਈ ਉਹਦੇ ਮੂਹਰੇ ਆ ਜਾਏ, ਰੀਡਿੰਗ ਉਹਦੀ ਜਿਹੜੀ ਆ ਐ ਜਾਊਗੀ। ਰੀਡਿੰਗ ਤਾਂ ਜਿਹੜੀ ਉਹਦੀ ਆਪਣਾ 9 ਲੈ ਲੈ ਰੀਡਿੰਗ ਦੇ ਵਿੱਚੋਂ, ਪਰ ਜਿਹੜਾ ਬੱਚਾ ਡੇਲੀ ਦੀ 100 ਵੋਕੈਬਲਰੀ ਕਰੂਗਾ, ਕਰਨੀ ਕੋਈ ਡਿਫਿਕਲਟ ਚੀਜ਼ ਨਹੀਂ ਗੀ, ਵੋਕੈਬਲਰੀ ਕਰਨੀ ਬਹੁਤ ਈਜ਼ੀ ਚੀਜ਼ ਆ, ਪਰ ਜੇ ਆਪਾਂ ਮਿਹਨਤ ਕਰੀਏ, ਆਪਾਂ ਸਟਰਗਲ ਕਰੀਏ, ਆਪਾਂ ਥੋੜਾ ਜਿਹਾ ਫੋਕਸ ਕਰੀਏ। ਸੋ ਵੋਕੈਬਲਰੀ ਤੇ ਥੋੜਾ ਜਿਹਾ ਵਰਕ ਕਰੋ, ਜਿੰਨੀ ਵੋਕੈਬਲਰੀ ਤੁਹਾਡੀ ਵਧੀਆ ਹੋਊਗੀ ਉਨੀ ਤੁਹਾਡੀ ਸਕੋਰਿੰਗ ਵਧੀਆ ਹੋਊਗੀ। ਹੁਣ ਮੈਂ ਤੁਹਾਨੂੰ ਸਿੰਪਲ ਜੀ ਗੱਲ ਦੱਸਦਾ, ਜੇਕਰ ਮੈਂ 100 ਜਿਹੜੀ ਆ 100 ਮੈਂ ਡੇਲੀ ਦੀ ਕਰਦਾ ਪਿਆ ਵਾਂ, ਤੇ ਜੇ 15 ਦਿਨ ਬਾਅਦ ਮੈਂ ਆਪਦਾ ਪੇਪਰ ਦੇਣਾ ਹੋਵੇ, 15 ਦਿਨ ਦੀ ਮੇਰੀ ਕਿੰਨੀ ਵੋਕੈਬਲਰੀ ਹੋ ਜਾਊਗੀ? 1500। ਜੇ ਮੈਂ ਆਪਦਾ ਪੇਪਰ ਮਹੀਨੇ ਵਿੱਚ ਦੇਣਾ ਹੋਵੇ ਤੇ ਕਿੰਨੀ ਮੇਰੀ ਵੋਕੈਬਲਰੀ ਹੋ ਜਾਊਗੀ? 3000। ਸੋ ਆਪਾਂ ਨੂੰ ਇੱਕ ਦਿਨ ਦੇ ਵਿੱਚ ਜੇ ਬੇਸ ਸਟਰੋਂਗ ਹੋ ਥੋੜੇ ਤੋਂ ਸ਼ੁਰੂ ਕਰੋਗੇ ਨਾ, ਸੋ ਆਬਵੀਅਸਲੀ ਗੱਲ ਡੇਲੀ ਦੀ 100 ਤੇ 15 ਦਿਨ ਦੀ ਮੇਰੀ 1500 ਬਣਦੀ ਆ। ਤੇ 1500 ਵੋਕੈਬਲਰੀ ਅੱਜ ਕੱਲ ਚੰਗੇ ਟੀਚਰਾਂ ਨੂੰ ਨਹੀਂ ਆਉਂਦੀ, ਇਹ ਚੀਜ਼ ਧਿਆਨ 'ਚ ਰੱਖਿਓ। ਸੋ ਜਿਹੜੇ ਬੱਚੇ ਨੇ ਰੀਡਿੰਗ ਸੋਲਵ ਕਰਨੀ ਆ, ਉਹ ਇਹ ਚੀਜ਼ ਤੇ ਮੱਚ ਇੰਪੋਰਟੈਂਟ ਧਿਆਨ ਰੱਖੇ ਵੀ ਡੇਲੀ ਦੇ 100 ਕੀਵਰਡਸ ਜਿਹੜੇ ਆ, 100 ਵੋਕੈਬਲਰੀ ਦੇ ਵਰਡਸ ਆ, ਉਹਦੀ ਕਾਪੀ ਤੇ ਨੋਟ ਹੋਣੇ ਚਾਹੀਦੇ ਆ, ਫਿਰ ਉਹ ਆਪਣੇ ਡਿਜ਼ਾਇਰ ਸਕੋਰ ਜਿਹੜੇ ਆ ਉਹ ਪ੍ਰਾਪਤ ਕਰ ਸਕਦਾ ਵਾ। ਅਗਲੀ ਹੁਣ ਗੱਲ ਕਹਿੰਦਾ ਵਾ ਵੀ ਲਿਸਨਿੰਗ ਅੱਜ ਦੇ ਟਾਈਮ ਤੇ ਮੋਸਟ ਇੰਪੋਰਟੈਂਟ ਬੱਚਾ ਦਾ ਕੁਐਸਚਨ ਬਣ ਚੁੱਕਿਆ ਵਾ ਵੀ ਲਿਸਨਿੰਗ ਨੂੰ ਕਿਵੇਂ ਇੰਪਰੂਵ ਕਰੀਏ। ਲਿਸਨਿੰਗ ਦੇ ਵਿੱਚ ਤੁਹਾਨੂੰ ਸਿੰਪਲ ਜੀ ਗੱਲ ਸਮਝਾਦਾ, ਐਸਐਸਟੀ ਆ ਜਿਹੜੀ ਤੁਹਾਡੀ ਐਸਐਸਟੀ ਆ, ਐਸਐਸਟੀ ਦੇ ਵਿੱਚ ਮੈਨੂੰ ਕੁਐਸਚਨ ਬੱਚਾ ਦਾ ਇਹ ਆ ਜਾਂਦਾ ਵਾ ਵੀ ਐਸਐਸਟੀ ਦੇ ਵਿੱਚ ਜਿਹੜੇ ਕੀਵਰਡਸ ਪਿਕ ਕਰੀਏ ਕਿ ਫਰੇਜ਼ਸ ਪਿਕ ਕਰੀਏ। ਜਿਹੜੇ ਬੱਚੇ ਏ ਟੀਚ ਲੈਣਾ ਚਾਹੁੰਦੇ ਆ ਵੀ ਅਸੀਂ ਸਕੋਰ ਵਧੀਆ ਲੈਣੇ ਆ, ਉਹਨਾਂ ਬੱਚਿਆਂ ਨੂੰ ਮੈਂ ਸਿਰਫ ਇੱਕ ਗੱਲ ਕਹਿਣਾ ਵਾ, ਜੇਕਰ ਤੁਸੀਂ ਐਸਐਸਟੀ ਦੇ ਵਿੱਚ ਟੈਂਪਲੇਟ ਘੱਟ ਤੋਂ ਘੱਟ ਯੂਜ਼ ਕਰੋ। ਟੈਂਪਲੇਟ ਦਾ ਕੀ ਗੱਲ, ਇਹ ਚੱਕਰ ਨਹੀਂ ਕਿ ਵੀ ਟੈਂਪਲੇਟ ਆ ਜਿਹੜਾ ਵੀ ਟੈਂਪਲੇਟ ਦੀਆਂ ਲਾਈਨਾਂ ਸਾਰੀਆਂ ਲਾਈਨਾਂ ਲਿਖਦੀਆਂ ਹੁੰਦੀਆਂ ਵਾ, ਜਿੰਨਾ ਟੈਂਪਲੇਟ ਘੱਟ ਹੋਊਗਾ, ਜਿੰਨਾ ਕੰਟੈਂਟ ਵੱਧ ਹੋਊਗਾ, ਉਨੀ ਸਕੋਰਿੰਗ ਤੁਹਾਡੀ ਵਧੀਆ ਹੋਊਗੀ। ਬਿਕੋਜ਼ ਟੈਂਪਲੇਟ ਦਾ ਕੋਈ ਨੰਬਰ ਨਹੀਂਗਾ, ਜਿੰਨੇ ਵੀ ਨੰਬਰ ਆ ਕੰਟੈਂਟ ਦੇ ਆ। ਕੰਟੈਂਟ ਮੱਚ ਇੰਪੋਰਟੈਂਟ ਆ ਤੇ ਕੰਟੈਂਟ ਲਿਖਣਾ ਕੰਪਲਸਰੀ ਆ। ਐਸਐਸਟੀ ਦੇ ਵਿੱਚ ਘੱਟ ਤੋਂ ਘੱਟ 15 ਕੀਵਰਡਸ ਤਾਂ ਤੁਹਾਡੇ ਹੋਣੇ ਚਾਹੀਦੇ ਆ, 15 ਕੀਵਰਡਸ ਤਾਂ ਤੁਹਾਡੇ ਹੋਣੇ ਚਾਹੀਦੇ ਆ। ਐਗਜ਼ਾਮ ਦੇ ਵਿੱਚ ਐਸਐਸਟੀ ਦੀ ਰਿਕਾਰਡਿੰਗ ਜਿਹੜੀ ਆ 30 to 40 ਸੈਕਿੰਡਸ ਮਸਾਂ ਆਉਂਦੀ ਆ। ਸੋ ਇਹ ਚੀਜ਼ ਦਾ ਧਿਆਨ ਰੱਖੋ, ਕਿਸੇ ਵੀ ਐਪ ਤੇ ਪ੍ਰੈਕਟਿਸ ਕਰਦੇ ਆ, ਕਿਸੇ ਵੀ ਸਾਈਟ ਤੇ ਪ੍ਰੈਕਟਿਸ ਕਰਦੇ ਆ, ਇੱਕ 1.5 ਮਿੰਟ ਦੀ ਆਡੀਓ ਆਉਂਦੀ ਆ, 30 40 45 ਸੈਕਿੰਡ ਸੁਣੋ, ਉਸ ਤੋਂ ਬਾਅਦ ਹੈੱਡਫੋਨ ਰਿਮੂਵ ਕਰ ਦਿਓ। ਉਸ ਤੋਂ ਬਾਅਦ ਸਿਰਫ ਇਹ ਵੇਖਿਆ ਕਰੋ ਵੀ ਇੰਨੇ ਸੈਕਿੰਡ ਦੇ ਵਿੱਚ ਮੈਂ ਕਿੰਨੇ ਕੀਵਰਡਸ ਚੱਕ ਪਾਉਣਾ। ਸਪੀਡ ਬਣਾਓ ਤੇ ਘੱਟ ਤੋਂ ਘੱਟ 50 ਕੀਵਰਡਸ ਵਿੱਚ ਚੱਕਣ ਦੀ ਕੋਸ਼ਿਸ਼ ਕਰੋ। ਡੇਲੀ ਦੀ ਐਸਐਸਟੀ ਜਿਹੜੀ ਆ, ਡੇਲੀ ਦੀ ਐਸਐਸਟੀ ਜਿਹੜੀਆਂ 6 ਪਰਫਾਰਮ ਹੋਣੀਆਂ ਚਾਹੀਦੀਆਂ ਐਪ ਯੂਨੀ ਤੋਂ। ਸੋ ਇਹ ਚੀਜ਼ ਆ, ਫਿਰ ਤੁਹਾਡੀ ਸਕੋਰਿੰਗ ਇੰਪਰੂਵ ਹੋਊਗੀ। ਐਸਐਸਟੀ ਬਹੁਤ ਰਿਪੀਟਸ ਹੁੰਦੀਆਂ ਨੇ ਐਪ ਯੂਨੀ ਤੋਂ, ਸੋ ਇਹ ਚੀਜ਼ ਦਾ ਧਿਆਨ ਰੱਖਿਓ। ਲਿਸਨਿੰਗ ਫਿਲ ਇਨ ਦੀ ਬਲੈਂਕਸ, ਹੁਣ ਲਿਸਨਿੰਗ ਜਿਹੜੀਆਂ ਵਾ, ਲਿਸਨਿੰਗ ਦੀਆਂ ਫਿਲ ਇਨ ਦੀ ਬਲੈਂਕਸ ਆਈਡੀਆਂ ਥੋੜੀਆਂ ਮੈਨੂੰ ਆਮ ਤੌਰ ਤੇ ਬੱਚੇ ਕੁਐਸਚਨ ਪੁੱਟ ਕਰ ਲੈਂਦੇ ਆ। ਲਿਸਨਿੰਗ ਫਿਲ ਇਨ ਦੀ ਬਲੈਂਕਸ ਜਿਹੜੀਆਂ ਨੇ ਅੱਜ ਕੱਲ ਐਗਜ਼ਾਮ ਦੇ ਵਿੱਚ ਸਰ ਕਾਫੀ ਟਫ ਆਉਂਦੀਆਂ ਪਈਆਂ ਨੇ, ਕਾਫੀ ਹਾਰਡ ਆਉਂਦੀਆਂ ਪਈਆਂ ਨੇ। ਮੈਂ ਤੁਹਾਨੂੰ ਕਹਿੰਦਾ ਵਾ ਵੀ ਡੇਲੀ ਲਿਸਨਿੰਗ ਦੀਆਂ ਬਲੈਂਕਸ ਜਿਹੜੀਆਂ ਉਹ 20 ਪਰਫਾਰਮ ਕਰਨੀਆਂ ਹੀ ਚਾਹੀਦੀਆਂ ਵਾ 1.2 ਦੀ ਸਪੀਡ ਤੋਂ। ਡੇਲੀ ਲਿਸਨਿੰਗ ਦੀਆਂ ਬਲੈਂਕਸ 20 ਪਰਫਾਰਮ ਕਰੋ 1.2 ਦੀ ਸਪੀਡ ਤੋਂ। ਜ਼ਰੂਰੀ ਨਹੀਂ ਐਪ ਯੂਨੀ ਤੋਂ ਕਰਨੀਆਂ ਇਹ ਤੁਸੀਂ YouTube ਤੇ ਵੀ ਕਰ ਸਕਦੇ ਹੋ,
ਠੀਕ ਆ। ਇਹ ਤੁਸੀਂ YouTube ਤੋਂ ਵੀ ਕਰ ਸਕਦੇ ਹੋ ਕਿਉਂਕਿ ਇਹ ਬਲੈਂਕਸਾਂ ਮੋਸਟਲੀ ਜਿਹੜੀਆਂ ਮੈਂ ਦੇਖਿਆ YouTube ਤੋਂ ਖਾਸੀਆਂ ਰਿਪੀਟ ਹੁੰਦੀਆਂ ਵਾ। YouTube ਤੇ ਜਿਹੜਾ ਨਵਾਂ ਡੇਲੀ ਪ੍ਰੈਡਿਕਸ਼ਨ ਆਉਂਦਾ ਵਾ, ਇਹ YouTube ਤੋਂ ਪ੍ਰੈਕਟਿਸ ਕਰਿਆ ਕਰੋ। YouTube ਤੇ ਵੀ ਸਪੀਡ 1.2 ਦੀ ਹੋ ਜਾਂਦੀ ਆ। YouTube ਤੋਂ ਪ੍ਰੈਕਟਿਸ ਕਰੋਗੇ ਡੇਲੀ ਦੇ 20 ਬਲੈਂਕਸਾਂ ਕਦੇ ਐਪੀਨ ਤੋਂ ਕਰ ਲਿਆ, ਕਦੇ YouTube ਤੋਂ ਕਰ ਲਿਆ। ਸੋ ਡੈਫੀਨਿਟਲੀ ਇਹ ਚੀਜ਼ ਤੁਹਾਡੀ ਕੀ ਆ ਇੰਪਰੂਵਮੈਂਟ ਦਾ ਕਾਰਨ ਬਣੂਗੀ। ਸੋ ਡੇਲੀ ਦੀਆਂ 20 ਹੋਣੀਆਂ ਕੰਪਲਸਰੀ ਆ ਬਿਕੋਜ਼ ਇਹ ਵੀ ਰਾਈਟਿੰਗ ਨੂੰ ਬਹੁਤ ਬਲਕ ਕੇ ਸਕੋਰਿੰਗ ਦਿੰਦੀਆਂ। ਰਾਈਟਿੰਗ ਇਹਦੇ ਹਿਸਾਬ ਜੇ ਇਹ ਬਲੈਂਕਸ ਆਪਣੀਆਂ ਇੰਪਰੂਵ ਹੋਣਗੀਆਂ ਸੋ ਫਿਰ ਰਾਈਟਿੰਗ ਜਿਹੜੀ ਆ ਉਹ ਆਪਣੀ ਜਾ ਸਕਦੀ ਆ ਅਪ, ਨਹੀਂ ਤਾਂ ਰਾਈਟਿੰਗ ਕਦੇ ਵੀ ਆਪਣੀ ਜਾਊਗੀ। ਬਲੈਂਕਸਾਂ ਦਾ ਬਹੁਤ ਵੱਡਾ ਰੋਲ ਆ। ਹੁਣ ਹਾਈਲਾਈਟ ਇਨਕਰੈਕਟ ਵਰਡ, ਹਾਈਲਾਈਟ ਇਨਕਰੈਕਟ ਵਰਡ ਸੇਮ ਚੀਜ਼ਾਂ ਨੇ ਇਹ, ਕਿਉਂਕਿ ਇਹਦੇ ਵਿੱਚ ਵੀ ਜਿੰਨੀ ਪ੍ਰੋਬਲਮ ਅੱਜ 100 ਦੇ ਵਿੱਚੋਂ 90% ਬੱਚੇ ਕਹਿੰਦੇ ਪਏ ਆ ਜੇ ਮੈਨੂੰ ਇਹਦੇ ਵਿੱਚ ਪ੍ਰੋਬਲਮ ਆ ਬਲੈਂਕਸਾਂ ਦੇ ਵਿੱਚ, ਸੇਮ ਬੱਚੇ ਕਹਿੰਦੇ ਪਏ ਆ ਸਾਨੂੰ ਹਾਈਲਾਈਟ ਦੇ ਵਿੱਚ ਵੀ ਪ੍ਰੋਬਲਮ ਆ। ਸੋ ਮੈਂ ਤੁਹਾਨੂੰ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਵੀ ਜੇ ਲਿਸਨਿੰਗ ਦੇ ਬਲੈਂਕਸਾਂ ਦੇ ਵਿੱਚ ਤੁਹਾਨੂੰ ਪ੍ਰੋਬਲਮ ਆ ਸੋ ਹਾਈਲਾਈਟ ਹਾਈਲਾਈਟ ਦੇ ਵਿੱਚ ਵੀ ਐਕਸੈਂਟ ਸੇਮ ਆਉਂਦਾ ਵਾ। ਸੋ ਹਾਈਲਾਈਟ ਡੇਲੀ 20 ਠੀਕ ਆ 1.2 ਦੀ ਸਪੀਡ ਤੋਂ ਪ੍ਰੈਕਟਿਸ ਹੋਣੇ ਚਾਹੀਦੇ ਆ। ਇਹ ਦੋਵੇਂ ਪਾਰਟਸ ਜਿਹੜੇ ਆ 1.2 ਦੀ ਸਪੀਡ ਤੇ ਪ੍ਰੈਕਟਿਸ ਹੋਣੇ ਚਾਹੀਦੇ ਆ। 1.2 ਤੋਂ ਵੱਧ ਸਪੀਡ ਕਦੇ ਵੀ ਐਗਜ਼ਾਮ 'ਚ ਨਹੀਂ ਆਉਂਦੀ ਕਿ ਨਾਰਮਲ ਸਪੀਡ 1.2 ਦੀ ਹੀ ਆਉਂਦੀ ਆ। ਜਿਹੜੇ ਬੱਚੇ ਕਹਿੰਦੇ 1.2 ਤੋਂ ਵੱਧ ਸਪੀਡ ਸਾਨੂੰ ਐਗਜ਼ਾਮ 'ਚ ਆ ਸਕਦੀ ਆ, ਕਦੇ ਵੀ ਨਹੀਂ ਆ ਸਕਦੀ ਗੀ। ਇਹ ਦੋ ਸਪੀਡਸ ਐਗਜ਼ਾਮ 'ਚ ਆ ਸਕਦੀਆਂ, ਇਸ ਤੋਂ ਵੱਧ ਇੱਕ ਸਪੀਡ ਜਿਹੜੀ ਐਗਜ਼ਾਮ 'ਚ ਕਦੇ ਵੀ ਨਹੀਂ ਆ ਸਕਦੀ। ਸੋ ਇਹ ਦੋ ਚੀਜ਼ਾਂ ਦੀ ਮੱਚ ਇੰਪੋਰਟੈਂਟ ਪ੍ਰੈਕਟਿਸ ਤੁਹਾਡੀ ਹੋਣੀ ਚਾਹੀਦੀ ਹੈ ਜ਼ਿਆਦਾ ਤੋਂ ਜ਼ਿਆਦਾ, ਠੀਕ ਆ 1.2 ਦੀ ਸਪੀਡ ਤੇ। ਜਿਹੜੇ ਹਾਈਲਾਈਟ ਇਨਕਰੈਕਟ ਵਰਡਸ ਆ ਇਹ ਐਪ ਯੂਨੀ ਤੋਂ ਕਰਨੇ ਆ, ਠੀਕ ਆ। ਹਾਈਲਾਈਟ ਇਨਕਰੈਕਟ ਵਰਡਸ ਆ ਜਿਹੜੇ ਇਹ ਐਪ ਯੂਨੀ ਤੋਂ ਕਰਨੇ ਆ 1.2 ਦੀ ਸਪੀਡ ਤੇ। ਸੋ ਡੈਫੀਨਿਟਲੀ ਤੁਹਾਡੀ ਇੰਪਰੂਵਮੈਂਟ ਹੋਊਗੀ। ਲਾਸਟ ਪਾਰਟ, ਸਭ ਤੋਂ ਇੰਪੋਰਟੈਂਟ ਪਾਰਟ, ਰਾਈਟ ਫਰੋਮ ਡਿਕਟੇਸ਼ਨਸ। ਰਾਈਟ ਫਰੋਮ ਡਿਕਟੇਸ਼ਨਸ ਬਹੁਤ ਬੱਚਿਆਂ ਦਾ ਕੁਐਸਚਨ ਆ ਕਿ ਰਾਈਟ ਫਰੋਮ ਡਿਕਟੇਸ਼ਨ ਸਰ ਜਿਹੜੀ ਹੈਗੀ ਆ, ਰਾਈਟ ਫਰੋਮ ਡਿਕਟੇਸ਼ਨ ਦੇ ਵਿੱਚ ਅਸੀਂ ਕਿੱਥੋਂ ਪ੍ਰੈਕਟਿਸ ਕਰੀਏ, ਕਿੱਥੋਂ ਸਾਨੂੰ ਆ ਸਕਦੀ ਹੈ ਤੇ ਕਿਹੋ ਜੀ ਆ ਸਕਦੀ ਆ, ਠੀਕ ਆ। ਜਿਹੜੇ ਬੱਚੇ AT ਚ ਲੈਣਾ ਚਾਹੁੰਦੇ ਹਨ ਮੈਂ ਉਹਨਾਂ ਨੂੰ ਸਿੰਪਲ ਗੱਲ ਕਹਿਣਾ ਵਾ, ਡੇਲੀ ਦੀਆਂ 50 ਰਾਈਟ ਫਰੋਮ ਡਿਕਟੇਸ਼ਨਸ, ਡੇਲੀ ਦੀਆਂ 50 ਰਾਈਟ ਫਰੋਮ ਡਿਕਟੇਸ਼ਨਸ ਹੋਣੀਆਂ ਚਾਹੀਦੀਆਂ ਵਾ ਐਪ ਯੂਨੀ ਤੋਂ, ਠੀਕ ਆ। ਡੇਲੀ ਦੀਆਂ 50 ਤੇ ਇਹ ਕੋਸ਼ਿਸ਼ ਕਰਿਓ ਵੀ ਜੇਕਰ ਤੁਹਾਨੂੰ ਜਿਵੇਂ ਟੋਟਲ ਮੈਨੂੰ 3 ਰਾਈਟ ਫਰੋਮ ਡਿਕਟੇਸ਼ਨ ਆਉਂਦੀਆਂ ਪਈਆਂ 30 ਮਾਰਕਸ ਦੀਆਂ ਆਉਂਦੀਆਂ ਪਈਆਂ ਵਾ, 30 ਮਾਰਕਸ ਦੀਆਂ ਰਾਈਟ ਫਰੋਮ ਡਿਕਟੇਸ਼ਨ ਮੈਨੂੰ ਆਉਂਦੀਆਂ ਪਈਆਂ, 30 ਦੇ ਵਿੱਚੋਂ ਘੱਟ ਤੋਂ ਘੱਟ ਮੇਰੇ ਜਿਹੜੇ ਆ 27 ਤੋਂ ਸਕੋਰ ਘੱਟ ਨਹੀਂ ਜਾਣੇ ਚਾਹੀਦੇ। ਜੇਕਰ ਤੁਸੀਂ 8 ਈਚ ਦਾ ਟਾਰਗੇਟ ਰੱਖਦੇ ਹੋ ਵੀ ਸਾਡੇ 8 ਈਚ ਹੋਣੇ ਚਾਹੀਦੇ ਆ, ਜੇ 8 ਈਚ ਚਾਹੀਦੇ ਆ ਮੈਂ ਹਰੇਕ ਡਿਕਟੇਸ਼ਨ 'ਚ ਇੱਕ ਵਰਡ ਤੁਹਾਨੂੰ ਘਟਾ ਦੇਣਾ ਵੀ ਇੱਕ ਵਰਡ ਕੋਈ ਚੱਕਰ ਨਹੀਂ, ਇੱਕ ਵਰਡ ਤੁਸੀਂ ਛੱਡ ਵੀ ਸਕਦੇ ਹੋ। ਬਟ ਤਿੰਨੇ ਡਿਕਟੇਸ਼ਨਾਂ ਮਿਲਾ ਕੇ ਜੇ 10-10 ਦੀਆਂ ਆਉਂਦੀਆਂ ਪਈਆਂ 27 ਵਰਡਸ ਤੁਹਾਡੇ ਹੋਣੇ ਚਾਹੀਦੇ ਆ, 27 ਸਹੀ ਹੋਣੇ ਚਾਹੀਦੇ ਆ, ਫਿਰ ਤੁਸੀਂ ਆਪਦੀ ਡਿਜ਼ਾਇਰ ਸਕੋਰਿੰਗ ਪ੍ਰਾਪਤ ਕਰ ਸਕਦੇ ਹੋ। ਇਹ ਚੀਜ਼ ਦਾ ਧਿਆਨ ਰੱਖਿਓ। ਸੋ ਇਹ ਤੁਹਾਡੇ ਸਾਹਮਣੇ ਜਿਹੜਾ ਵਾ ਛੋਟਾ ਜਿਹਾ ਗ੍ਰਾਫ ਬਣਾਇਆ ਵਾ, ਛੋਟੀਆਂ ਚੀਜ਼ਾਂ ਸਮਝਾਈਆਂ ਜਿਹੜੀਆਂ ਤੁਸੀਂ ਪਰਫਾਰਮ ਕਰਕੇ ਘਰ ਬੈਠ ਕੇ ਇਹ ਚੀਜ਼ਾਂ ਤੇ ਗੌਰ ਕਰੋਗੇ, ਇਹ ਚੀਜ਼ਾਂ ਜਿਵੇਂ ਸਮਝਾਈਆਂ ਉਹਨਾਂ ਨੂੰ ਫੋਲੋ ਕਰੋਗੇ ਸੋ ਘਰ ਬੈਠ ਕੇ ਤੁਸੀਂ 8 ਈਚ ਬੈਂਡ ਸਕੋਰ ਵੀ ਪ੍ਰਾਪਤ ਕਰ ਸਕਦੇ ਹੋ। ਕਾਫੀ ਬੱਚਿਆਂ ਦਾ ਮੈਸੇਜ ਆਇਆ ਸੀਗਾ 7 ਈਚ ਵਾਲੀ ਵੀਡੀਓ ਥੱਲੇ ਵੀ ਜਿਵੇਂ ਤੁਸੀਂ ਸਮਝਾਇਆ ਸੀਗਾ ਉਹ ਵੀਡੀਓ ਅਸੀਂ ਉਹ ਵੇ ਦੇ ਨਾਲ ਪਰਫਾਰਮ ਕੀਤੀ ਸੋ ਸਾਡੇ ਘਰ ਬੈਠ ਕੇ 7 ਈਚ ਬੈਂਡ ਸਕੋਰ ਵੀ ਆ ਗਏ। ਜੇ ਤੁਸੀਂ ਡਿਜ਼ਾਇਰ ਬੈਂਡ ਸਕੋਰ ਲੈਣਾ ਚਾਹੁੰਦੇ ਹੋ ਸੋ ਇਹ ਵੀਡੀਓ ਵੀ ਧਿਆਨ ਨਾਲ ਦੇਖਿਓ। ਜਿਹੜੇ ਬੱਚਿਆਂ ਦੀ 8 ਈਚ ਦੀ ਰਿਕੁਆਇਰਮੈਂਟ ਆ ਮੈਂ ਆਸ ਕਰਦਾ ਹਾਂ ਵੀ ਇਹ ਵੀਡੀਓ ਦੇਖ ਕੇ ਬਹੁਤ ਸਾਰੇ ਬੱਚਿਆਂ ਦਾ ਫਾਇਦਾ ਹੋਊਗਾ। ਘਰ ਬੈਠ ਕੇ ਤੁਸੀਂ 8 ਈਚ ਬੈਂਡ ਸਕੋਰ ਵੀ ਪ੍ਰਾਪਤ ਕਰ ਸਕਦੇ ਹੋ। ਜੇ ਇਦਾਂ ਦੀਆਂ ਨੌਲੇਜ ਵਾਲੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਸੋ ਗੁਰਵਿੰਦਰ ਪੀਟੀ ਦਾ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਨੂੰ ਔਨ ਕਰ ਦਿਓ। ਬਹੁਤ ਸਾਰੀਆਂ ਅਸੀਂ ਵੀਡੀਓਜ਼ ਇਦਾਂ ਦੀਆਂ ਲੈ ਕੇ ਤੁਹਾਡੇ ਵਾਸਤੇ ਆਉਂਦੇ ਰਹਿੰਦੇ ਆ। ਸੋ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਵੀ ਮੈਂਸ਼ਨ ਆ। ਆਨਲਾਈਨ ਕਲਾਸਿਸ ਲੈਣਾ ਚਾਹੁੰਦੇ ਹੋ ਤੁਸੀਂ, ਮੈਂ ਆਨਲਾਈਨ ਕਲਾਸਿਸ ਵੀ ਪ੍ਰੋਵਾਈਡ ਕਰਦਾ ਵਾਂ। ਤੁਸੀਂ ਮੈਨੂੰ WhatsApp ਤੇ ਮੈਸੇਜ WhatsApp ਤੇ ਕਾਲ ਕਰ ਸਕਦੇ ਹੋ। ਇਦਾਂ ਦੀਆਂ ਬਹੁਤ ਸਾਰੀਆਂ ਮੈਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਅਸੀਂ। ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮਚ।